ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਅਗਮ ਅਗਾਧ ਪਾਰ ਬ੍ਰਹਮ ਸੋਇ, ਜੋ ਜੋ ਕਹੈ ਸੋ ਮੁਕਤਾ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹੈ। ਆਪਾਂ ਸਾਰੇ ਰਲ ਮਿਲ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕਥਾ ਰੂਪ ਵਿੱਚ ਲਾਹਾ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਇਕੱਤਰ ਹੁੰਦੇ ਹਾਂ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਅੰਮ੍ਰਿਤ ਕਥਾ ਆਪਾਂ ਨੂੰ ਸ੍ਰੀ ਸੁਖਮਨੀ ਸਾਹਿਬ ਵਿੱਚ ਬਖਸ਼ੀ ਹੋਈ ਹੈ। ਗੌੜੀ ਰਾਤ ਦੇ ਵਿੱਚ ਇਹ ਕਥਾ ਚੱਲ ਰਹੀ ਹੈ। ਵੱਖਰੇ ਵੱਖਰੇ ਪ੍ਰਕਰਣ, ਜਿਵੇਂ ਪਿਛਲੇ ਸ਼ਲੋਕ ਵਿੱਚ ਕਾਮ ਕ੍ਰੋਧ ਦੁਸ਼ਮਣਾਂ ਨੂੰ ਖਤਮ ਕਰਨ ਵਾਸਤੇ ਵਾਹਿਗੁਰੂ ਦੀ ਸ਼ਰਨ ਦੱਸੀ, ਤੇ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਕੀ ਕੀ ਪਦਾਰਥ ਪ੍ਰਾਪਤ ਹੁੰਦੇ ਨੇ ਜੀਵਨ ਨੂੰ, ਉਸ ਵਾਹਿਗੁਰੂ ਨੂੰ ਕਿਉਂ ਨਹੀਂ ਚੇਤੇ ਕਰਦਾ ਹੈ। ਤੇ ਹੁਣ ਅਗਲੇ ਪ੍ਰਕਰਣ ਦੇ ਵਿੱਚ ਸਾਧੂਆਂ ਦੀ ਮਹਿਮਾ ਵਰਣਨ ਕਰਨਗੇ। ਜੋ ਸ਼ਲੋਕ ਦੇ ਵਿੱਚ ਸਿਧਾਂਤ ਹੈ ਉਸੇ ਨੂੰ 8 ਪਦਾਂ ਵਿੱਚ ਖੋਲਣਗੇ। ਸੁਭਾਵ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਦਾ ਲਾਹਾ ਪ੍ਰਾਪਤ ਕਰੀਏ ਜੀ। ਸ਼ਲੋਕ ਅਗਮ ਅਗਾਧ ਪਾਰ ਬ੍ਰਹਮ ਸੋਇ। ਸੋਏ ਤੋਂ ਭਾਵ ਹੁੰਦਾ ਉਹ ਜਾਂ ਉਹੀ ਕੌਣ ਜੋ ਪਰਮੇਸ਼ਰ ਹੈ, ਜਿਸ ਬ੍ਰਹਮ ਦਾ ਪਾਰ ਉਰਾਰ ਨਹੀਂ, ਜੋ ਬ੍ਰਹਮ ਵਿਆਪਕ ਵਾਹਿਗੁਰੂ ਪਾਪਾਂ ਪੁੰਨਾਂ ਤੋਂ ਪਾਰ ਹੈ, ਪਰੇ ਹੈ, ਤੇ ਸਾਰਿਆਂ ਦਾ ਪਰੋਖ ਅਪਰੋਖ ਹੋ ਕੇ ਪਾਲਣ ਕਰਨ ਵਾਲਾ ਹੈ। ਐਸਾ ਜੋ ਪਰਮੇਸ਼ਰ ਦਾ ਸਰੂਪ ਹੈ ਉਹਨੂੰ ਅਗਮ ਕਿਹਾ। ਅਪਹੁੰਚ ਹੈ, ਉੱਥੇ ਕਿਸੇ ਦੀ ਪਹੁੰਚ ਨਹੀਂ, ਗਮਤਾ ਨਹੀਂ ਹੈ ਕਿਸੇ ਦੀ। ਦੇਹ ਇੰਦਰੀਆਂ ਦੀ ਉੱਥੇ ਗਮਤਾ ਨਹੀਂ ਹੈ। ਅਗਾਧ ਬੇਅੰਤ ਡੂੰਘਾ ਹੈ। ਇਹ ਪਰਮੇਸ਼ਰ ਵਾਹਿਗੁਰੂ ਦੀ ਉਸਤਤ ਕੀਤੀ ਹੈ, ਉਹਦੇ ਸਰੂਪ ਦਾ ਵਰਣਨ ਕੀਤਾ ਹੈ। ਐਸੇ ਵਾਹਿਗੁਰੂ ਦਾ ਜੇ ਕੋਈ ਚਿੰਤਨ ਕਰਦਾ ਹੈ, ਜੋ ਜੋ ਕਹੈ ਸੋ ਮੁਕਤਾ ਹੋਏ। ਜਿਹੜਾ ਜਿਹੜਾ ਵੀ ਇਹੋ ਜਿਹੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ, ਆਪਣੀ ਰਸਨਾ ਤੋਂ ਨਾਮ ਨੂੰ ਕਹਿਣਾ ਕਰਦਾ ਹੈ, ਤੇ ਉਹ ਫਿਰ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ ਹੈ। ਜੰਮਣ ਮਰਨ ਤੋਂ ਖਹਿੜਾ ਛੁੱਟ ਜਾਂਦਾ ਹੈ, 84 ਦੇ ਗੇੜੇ ਵਿੱਚ ਨਹੀਂ ਆਉਂਦਾ। ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਉਹਦਾ ਚਿੰਤਨ ਕਰਨ ਦਾ ਫਲ ਵੀ ਦੱਸਿਆ ਨਾਲ, ਤੇ ਉਹਦਾ ਸਰੂਪ ਵੀ ਦੱਸਿਆ ਹੋਇਆ। ਅੱਗੇ ਦੱਸਦੇ ਹਨ, ਸੁਨ ਮੀਤਾ ਨਾਨਕ ਬਿਨਵੰਤਾ। ਸਤਿਗੁਰੂ ਜੀ ਬਿਨਵੰਤਾ ਬੇਨਤੀ ਪੂਰਵਕ ਕਥਨ ਕਰਦੇ ਨੇ। ਚੇਤਨ ਦੀ ਅੰਸ਼ ਹੋਣ ਕਰਕੇ ਮੀਤਾ ਮਿੱਤਰ ਕਹਿੰਦੇ ਆ। ਹੇ ਮਿੱਤਰਾ, ਤੂੰ ਸੁਣਨਾ ਕਰ, ਜੋ ਮੈਂ ਬਚਨ ਕਹਿ ਰਿਹਾ ਉਹਨੂੰ ਸੁਣ। ਦੋ ਗੱਲਾਂ ਇਕੱਠੀਆਂ ਇੱਥੇ ਆ ਗਈਆਂ। ਇੱਕ ਤਾਂ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਕਿਹੋ ਜਿਹਾ ਹੈ, ਜੋ ਉਹਦਾ ਚਿੰਤਨ ਕਰਦਾ ਹੈ ਉਹਨੂੰ ਮੁਕਤੀ ਦਾ ਫਲ ਮਿਲਦਾ ਹੈ। ਫਿਰ ਅਗਲੀ ਤੁਕ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਧਿਆਨ ਨਾਲ ਮੇਰੀ ਗੱਲ ਸੁਣ, ਕਿ ਜਿੱਥੇ ਪਰਮੇਸ਼ਰ ਬੇਅੰਤ ਹੈ ਉੱਥੇ ਉਹਦਾ ਨਾਮ ਜਪਣ ਵਾਲੇ ਮਹਾਂਪੁਰਸ਼ ਵੀ ਬੇਅੰਤ ਨੇ। ਜੇ ਵਾਹਿਗੁਰੂ ਦੀ ਮਹਿਮਾ ਬੇਅੰਤ ਹੈ ਤਾਂ ਸਾਧੂਆਂ ਦੀ ਮਹਿਮਾ ਵੀ ਬੇਅੰਤ ਹੈ। ਨਾਮ ਦੀ ਮਹਿਮਾ ਬੇਅੰਤ, ਨਾਮੀ ਪਰਮੇਸ਼ਰ ਦੀ ਮਹਿਮਾ ਬੇਅੰਤ, ਨਾਮ ਜਪਣ ਵਾਲਿਆਂ ਦੀ ਮਹਿਮਾ ਬੇਅੰਤ ਹੈ। ਇਹ ਤੂੰ ਧਿਆਨ ਨਾਲ ਸੁਣਨਾ ਕਰ। ਸਾਧ ਜਨਾ ਕੀ ਅਚਰਜ ਕਥਾ। ਅਚਰਜ ਨਾਮ ਹੈ ਹੈਰਾਨ ਕਰਨ ਦਾ। ਉਹਨਾਂ ਦੀ ਜਿਹੜੀ ਕਥਾ ਹੈ, ਉਹਨਾਂ ਦੇ ਜਿਹੜੇ ਜੀਵਨ ਦੀ ਵਿਆਖਿਆ ਹੈ, ਉਹਨਾਂ ਦੀ ਜਿਹੜੀ ਅਵਸਥਾ ਹੈ, ਉਹ ਕਥਨੀ ਦਾ ਵਿਸ਼ਾ ਹੀ ਨਹੀਂ ਹੈ। ਉਹਨੂੰ ਤਾਂ ਅਚਰਜ ਹੈਰਾਨ ਕਰਨ ਵਾਲੀ ਅਨੋਖੀ ਹੈ। ਐਸੇ ਸਾਧ ਜਨਾਂ ਦੀ ਜਿਨ੍ਹਾਂ ਨੇ
ਆਪਣੇ ਮਨ ਨੂੰ ਸਾਧਿਆ ਹੋਇਆ। ਸਾਧ ਹੋਏ ਮਨ ਸਾਧਕ ਹੈ। ਸਾਧ ਵਾਹਿ ਜਗ ਜਾਨੀਐ ਜਾ ਕੇ ਨਹਿ ਅਪਾਦ ਮਨ। ਸਾਧ ਨਾਮ ਨਿਰਮਲਤਾ ਕੇ ਕਰਮ। ਉਹ ਨਿਰਮਲ ਕਰਮ ਜਿਹੜੇ ਕਰਮ ਵਾਲੇ ਹਨ ਉਹਨਾਂ ਦੀ ਅਚਰਜ ਕਥਾ ਕਹੀ ਹੈ। ਤੇ ਮਨ ਨੂੰ ਸਾਧ ਲਿਆ। ਮਨ ਨੂੰ ਸਾਧਣਾ ਕੀ ਹੈ? ਮਨ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰ ਪਏ ਹੈ। ਇਹਨਾਂ ਨੂੰ ਵਿਕਾਰਾਂ ਤੋਂ ਮਨ ਨੂੰ ਸਾਧਣਾ, ਸੁਧ ਕਰ ਲੈਣਾ, ਇਸ ਨੂੰ ਸਾਧਣਾ ਕਹਿੰਦੇ ਨੇ। ਤੋ ਇਸ ਕਰਕੇ ਜਿਹੜਾ ਦਿਖਾਵਾ ਕਰਕੇ, ਭੇਖ ਦਿਖਾ ਕੇ ਲੋਕਾਂ ਨੂੰ ਆਪਣੇ ਬਸ ਕਰ ਲੈਣਾ, ਆਪਣੇ ਮਗਰ ਲਾ ਲੈਣਾ, ਉਹ ਅਗਿਆਨੀ ਬੰਦਿਆਂ ਦੀ ਗਿਣਤੀ ਭਾਵੇਂ ਲੱਖਾਂ ਦੀ ਹੋ ਜਾ, ਕਰੋੜਾਂ ਦੀ ਹੋ ਜਾ, ਫੇਰ ਕੀ ਹੋ ਗਿਆ? ਜਿਹਦੇ ਲੜ ਲੱਗੇ ਉਹਦੇ ਪੱਲੇ ਕੁਛ ਨਹੀਂ ਤੇ ਉਹਨਾਂ ਦੇ ਗਾਹਾਂ ਵਾਲਿਆਂ ਦੇ ਪੱਲੇ ਕੀ ਪੈਣਾ? ਤੇ ਇਸ ਕਰਕੇ ਲੋਕਾਂ ਦੀ ਇਕੱਤਰਤਾ ਕਰਕੇ ਸਾਧ ਕਹਾ ਲੈਣਾ, ਇਹਦੇ ਨਾਲ ਸਾਧੂ ਬਣਾ ਨਹੀਂ ਹੈ। ਜਿੱਥੇ ਸਾਧੂਆਂ ਦੀ ਮਹਿਮਾ ਕਹੀ ਹੈ ਉੱਥੇ ਨਾਲ ਕਿਹਾ ਵੀ ਜਿਹਨੇ ਮਨ ਨੂੰ ਸਾਧ ਲਿਆ, ਜਿਹਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮਨ ਵਿੱਚ ਨਹੀਂ ਰਹੇ ਹਨ, ਉਹਨਾਂ ਦੀ ਫਿਰ ਕਥਾ ਅਚਰਜ ਹੈ। ਕਥਾ ਦਾ ਸਰੂਪ ਲੱਖਣ ਕੀ ਹੈ? ਪੰਜਾਬੀ ਵਰਨਮਾਲਾ ਦੇ 35 ਅੱਖਰਾਂ ਚੋਂ 2 ਅੱਖਰ ਵਰਤੇ ਹੈ ਕਥਾ ਵਾਸਤੇ, ਇੱਕ ਕੱਕਾ ਇੱਕ ਥੱਥਾ। ਦੀਰਘ ਮਾਤਰਾ ਲਾਈ ਹੈ, ਥੱਥੇ ਨੂੰ ਕਰਨਾ ਹੈ, ਦੀਰਘ ਮਾਤਰਾ ਵਿੱਚ ਆਉਂਦਾ ਹੈ। ਤੇ ਕਾ ਦੇ 2 ਅਰਥ ਨੇ। ਇੱਕ ਤਾਂ ਕਾ ਦਾ ਅਰਥ ਹੈ ਧੁਨ, ਸ਼ਬਦ ਦੀ ਧੁਨ। ਦੂਸਰਾ ਕਾ ਦਾ ਅਰਥ ਹੈ ਪ੍ਰਕਾਸ਼। ਥਾਂ ਦਾ ਅਰਥ ਹੈ ਟਿਕਾਣਾ। ਜਿਹੜੇ ਟਿਕਾਣੇ, ਜਿਸ ਜਗ੍ਹਾ ਪਰਮੇਸ਼ਰ ਦੇ ਮਿਲਣ ਦੀ ਆਵਾਜ਼ ਆ ਰਹੀ ਹੈ, ਸ਼ਬਦ ਦੀ ਧੁਨ ਹੋ ਰਹੀ ਹੈ, ਐਸੀ ਆਵਾਜ਼, ਤੇ ਉਸ ਆਵਾਜ਼ ਦੇ ਵਿੱਚ ਗਿਆਨ ਦਾ ਚਾਨਣਾ ਹੋਵੇ, ਪ੍ਰਕਾਸ਼ ਹੋਵੇ, ਉਹਨੂੰ ਕਹਿੰਦੇ ਨੇ ਕਥਾ। ਐਸੀ ਜੋ ਵਿਆਖਿਆ ਹੈ, ਕਹਿੰਦੇ ਸਾਧ ਜਨਾਂ ਦੀ ਤਾਂ ਅਚਰਜ ਹੀ ਹੈ, ਹੈਰਾਨ ਕਰਨ ਵਾਲੀ ਹੈ। ਤੇ ਪਰਮੇਸ਼ਰ ਬੇਅੰਤ ਹੈ, ਭਾਈ ਉਹਦੇ ਸੰਤ ਵੀ ਬੇਅੰਤ ਹਨ। ਸੋ ਅੱਗੇ ਵਰਣਨ ਕਰਦੇ ਹਨ। ਅਸ਼ਟਪਦੀ ਸਾਧ ਕੈ ਸੰਗ ਮੁਖ ਊਜਲ ਹੋਤ। ਤੇ ਸਾਧੂਆਂ ਦੀ ਸੰਗਤ ਕਰਨ ਵਾਲੇ ਜਿਹੜੇ ਨੇ, ਇਹ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ। ਮੁਖ ਤੋਂ ਮੂੰਹ ਭਾਵ ਹੈ ਉਹਨਾਂ ਦੇ ਮੁਖ ਜਿਹੜੇ ਨੇ, ਮੂੰਹ ਜਿਹੜੇ ਨੇ, ਚਿਹਰੇ ਜਿਹੜੇ ਨੇ, ਉਹ ਉਜਲ ਨਿਰਮਲ ਪਾਪਾਂ ਤੋਂ ਰਹਿਤ ਹੋ ਜਾਂਦੇ। ਉਹਨਾਂ ਦੇ ਅੰਤਸ਼ਕਰਨ ਰੂਪੀ ਮੁਖ ਵਿਕਾਰਾਂ ਤੋਂ ਰਹਿਤ ਹੋ ਕੇ ਪਵਿੱਤਰ ਹੋ ਗਏ। ਉਜਲ ਨਾਮ ਪਵਿੱਤਰ ਦਾ, ਵਿਕਾਰ ਨਹੀਂ ਰਿਹਾ ਕੋਈ ਵੀ, ਨਾ ਕਾਮੰ, ਨਾ ਕ੍ਰੋਧੰ, ਨਾ ਲੋਭੰ, ਨਾ ਮੋਹੰ, ਕੋਈ ਵੀ ਨਹੀਂ ਰਿਹਾ। ਐਸੀ ਉਹਨਾਂ ਦੀ ਅਚਰਜ ਖੇਡ ਹੈ। ਜੋ ਸਾਧੂਆਂ ਦੀ ਸੰਗਤ ਕਰਦੇ ਆ, ਇਹ ਉਹਨਾਂ ਨੂੰ ਫਲ ਮਿਲਦਾ ਹੈ। ਜਿਹੜਾ ਪਾਣੀ ਦੀ ਸੰਗਤ ਕਰਦਾ ਹੈ ਤੇ ਉਹਨੂੰ ਸੀਤਲਤਾ ਮਿਲੇਗੀ। ਜਿਹੜਾ ਅੱਗ ਦੀ ਸੰਗਤ ਕਰਦਾ ਹੈ ਉਹਨੂੰ ਗਰਮ ਕਰੇਗੀ। ਸੰਗਤ ਦਾ ਫਲ ਹੁੰਦਾ ਹੈ। ਸਾਧੂਆਂ ਦੀ ਸੰਗਤ ਨਿਰਮਲ ਕਰਦੀ ਹੈ ਮਨਾਂ ਨੂੰ, ਕਿਉਂਕਿ ਉਹ ਆਪ ਨਿਰਮਲ ਹਨ। ਸੋ ਅੱਗੇ ਦੱਸਦੇ ਹਨ। ਸਾਧ ਸੰਗ ਮਲ ਸਗਲੀ ਖੋਤ। ਸਾਧੂਆਂ ਦੀ ਸੰਗਤ ਕਰਨ ਵਾਲੇ ਮਲ, ਜਿਹੜੀ ਮੈਲ ਹੈ, ਜਨਮਾਂ ਜਨਮਾਂਤਰਾਂ ਦੀ ਪਾਪਾਂ ਦੀ ਮੈਲ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਾ। ਇਹ ਜਿਹੜੀ ਮੈਲ ਕਿਸੇ ਢੰਗ ਨਾਲ ਧੋਤੇ ਨਹੀਂ ਜਾਂਦੀ। ਸਾਧੂਆਂ ਦੇ ਮਿਲਣ ਦੇ ਨਾਲ ਇਹ ਪਾਪਾਂ ਦੀ ਮੈਲ, ਇਸ ਨੂੰ ਖੋ ਲਈਦਾ ਹੈ, ਨਾਸ ਕਰ ਲਈਦਾ ਹੈ। ਸਗਲੀ ਕਿਹਾ ਸਾਰੀ। ਤੇ ਕੱਪੜੇ ਧੋਣ ਵੇਲੇ ਤਾਂ ਕੱਪੜੇ ਨੂੰ ਕੋਈ ਮੈਲ ਮਾੜੀ ਮੋਟੀ ਰਹਿ ਜਾ, ਕਿਸੇ ਖਲ ਖੁੰਝੇ 'ਚ ਰਹਿ ਜਾ, ਪਰ ਸਾਧੂਆਂ ਦੀ ਸੰਗਤ ਕਰਨ ਵਾਲੇ ਦੇ ਮਨ ਵਿੱਚ ਰਾਗ ਦਵੈਸ਼ ਆਦਿ ਵਿਕਾਰਾਂ ਦੀ ਮੈਲ ਰਾਈ ਜਿੰਨੀ ਵੀ ਰਹਿੰਦੀ ਨਹੀਂ ਹੈ, ਇਹ ਸਾਰੀ ਖੋਈ ਜਾਂਦੀ ਹੈ। ਸਾਧ ਕੈ ਸੰਗ ਮਿਟੈ ਅਭਿਮਾਨ। ਫਿਰ ਸਾਧੂਆਂ ਦੀ ਸੰਗਤ ਦੇ ਹੋਰ ਫਲ ਦੱਸਦੇ ਹੈ ਕਿ ਸਾਧੂਆਂ ਦੀ ਸੰਗਤ ਕਰਨ ਵਾਲੇ, ਉਹਨਾਂ ਦੇ ਦੇਹ ਦਾ ਅਭਿਮਾਨ ਨਾ ਹੰਕਾਰ ਦਾ ਹੈ। ਦੇਹ ਅਧਿਆਸ ਖਤਮ ਹੋ ਜਾਂਦਾ ਹੈ, ਹੰਕਾਰ ਨਹੀਂ ਰਹਿੰਦਾ ਹੈ, ਉਹ ਮਿਟੈ। ਮਿਟਣਾ ਨਾਮ ਨਾਸ ਹੋਣ ਦਾ ਹੈ, ਨਾਸ ਹੋ ਜਾਂਦਾ ਹੈ। ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਭਾਈ, ਜਿਹੜਾ ਸਾਧੂਆਂ ਦੀ ਸੰਗਤ ਨਾਲ ਮਿਲਦਾ ਹੈ, ਉਹਨੂੰ ਸ੍ਰੇਸ਼ਟ ਗਿਆਨ ਕਿਹੜਾ
ਆਪਣੇ ਸਰੂਪ ਦੀ ਲਖਤਾ ਹੋ ਜਾਂਦੀ ਹੈ, ਆਪਣੇ ਸਰੂਪ ਦੀ ਸਖਿਆਤਾਕਾਰ ਹੋ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ ਹੈ। ਪ੍ਰਗਟ ਹੈ ਨਾਮ ਪ੍ਰਕਾਸ਼ ਹੋਣ ਦਾ ਸ੍ਰੇਸ਼ਟ ਗਿਆਨ ਪ੍ਰਕਾਸ਼ ਹੋ ਜਾਂਦਾ ਹੈ। ਉਹ ਕਿਹੜਾ ਹੈ? ਆਤਮਾ ਦਾ ਗਿਆਨ ਹੈ, ਬ੍ਰਹਮ ਦਾ ਗਿਆਨ ਹੈ, ਜੀਵ ਈਸ਼ ਦੀ ਏਕਤਾ ਦਾ ਗਿਆਨ ਹੈ। ਉਹ ਅਪਰੋਕਸ਼ ਗਿਆਨ ਪ੍ਰਗਟ ਹੋ ਜਾਂਦਾ ਹੈ। ਉਹਦੇ ਦੁਆਰਾ ਆਪਣੇ ਆਪੇ ਦੀ ਸੋਝੀ ਹੋ ਜਾਂਦੀ ਹੈ, ਦੇਖ ਲੈਂਦਾ ਆਪਣੇ ਆਪ ਨੂੰ। ਸਾਧਕ ਸੰਗ ਬੁੱਝੈ ਪ੍ਰਭ ਮੇਰਾ। ਇਹ ਬੁੱਝੇ ਦਾ ਉਚਾਰਨ ਭਾਈ ਅਦਕ ਸਹਿਤ ਹੈ, ਇਉਂ ਹੀ ਬੋਲਣਾ। ਬੁਝੈ ਪਾਠ ਨਾ ਬਣ ਜਵੇ। ਇਹੀ ਅੱਖਰ ਹੁੰਦੇ ਨੇ ਜਿੱਥੇ ਬੁਝਣ ਤੋਂ ਭਾਵ ਹੈ ਤ੍ਰਿਸ਼ਨਾ ਦੇ ਨਾਲ ਆ ਜਾਊਗਾ, ਅੱਗ ਦੇ ਨਾਲ ਆ ਜਾਊਗਾ, ਉੱਥੇ ਫਿਰ ਬੁਝੇ ਤੋਂ ਭਾਵ ਹੁੰਦਾ ਹੈ। ਇੱਥੇ ਜਾਣਨ ਤੋਂ ਹੈ, ਬੁੱਝਾ ਹੈ, ਜਾਣ ਲੈਣਾ। ਸਾਧੂਆਂ ਦੀ ਸੰਗਤ ਕਰਕੇ ਜਿਹੜਾ ਵਾਹਿਗੁਰੂ ਹੈ ਉਹਨੂੰ ਜਿਹੜਾ ਦੂਰ ਸਮਝਦਾ ਪਤਾ ਨਹੀਂ ਰੱਬ ਕਿੱਥੇ ਰਹਿੰਦਾ ਹੋਊਗਾ, ਉਹਨੂੰ ਨੇੜੇ ਤੋਂ ਨੇੜੇ ਆਪਣੇ ਹਿਰਦੇ 'ਚ ਵੇਖ ਲੈਂਦਾ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਸਾਧੂਆਂ ਦੀ ਸੰਗਤ ਦਾ ਫਲ ਹੈ। ਨਿਰਣਾ ਕਰਕੇ ਇਸ ਰੂਪ ਨੂੰ ਸਮਝੀਦਾ ਹੈ ਗਿਆਨ ਦੁਆਰਾ। ਸਾਧ ਸੰਗ ਸਭ ਹੋਤ ਨਿਵੇਰਾ। ਸਾਧੂਆਂ ਦੀ ਸੰਗਤ ਕਰਕੇ ਸਾਰੇ ਜਨਮਾਂ ਜਨਮਾਤਰਾਂ ਦੇ ਪਾਪਾਂ ਦਾ, ਕਰਮਾਂ ਦਾ ਇੱਕੋ ਵਾਰੀ ਨਿਬੇੜਾ ਹੋ ਜਾਂਦਾ ਹੈ। ਉਹ ਕਿਵੇਂ ਹੁੰਦਾ ਹੈ? ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ। ਇਹ ਕਰਮਾਂ ਦਾ ਨਿਬੇੜਾ ਹੋ ਜਾਂਦਾ ਹੈ। ਤੇ ਇਸ ਕਰਕੇ ਫਿਰ ਇਹ ਪਰਮੇਸ਼ਰ ਦੇ ਨਾਮ ਦੀਆਂ ਬਰਕਤਾਂ, ਸਾਧੂਆਂ ਦੀ ਸੰਗਤ ਦੀਆਂ ਬਰਕਤਾਂ, ਇਉਂ ਸੰਗਤ ਦਾ ਫਲ ਹੈ। ਸਾਧਕੈ ਸੰਗ ਪਾਏ ਨਾਮ ਰਤਨ। ਸਾਧੂਆਂ ਦੀ ਸੰਗਤ ਕਰਕੇ ਉਹ ਰਤਨ ਪ੍ਰਾਪਤ ਹੁੰਦਾ ਹੈ ਜਿਹੜਾ ਸੰਸਾਰ ਦੇ ਰਤਨਾਂ ਨਾਲ ਉਹਦੀ ਤੁਲਨਾ ਹੀ ਨਹੀਂ ਦਿੱਤੀ ਜਾ ਸਕਦੀ। ਉਹ ਨਾਮ ਰੂਪੀ ਰਤਨ ਹੈ। ਰਤਨਾਮ ਪ੍ਰੀਤੀ ਦਾ ਹੁੰਦਾ ਹੈ, ਜਿਹਦੇ ਵਿੱਚ ਇੰਨੀ ਪ੍ਰੀਤੀ ਹੋਵੇ ਕਿ ਇੱਕ ਵਾਲੀ ਉਹ ਆਪਣੀ ਪ੍ਰੀਤੀ ਦੇ ਵਿੱਚ ਰੰਗ ਲਵੇ, ਨਾ ਕਿਸੇ ਹੋਰ ਪਾਸੇ ਰੰਗਣ ਜੋਗਾ ਨਹੀਂ ਰਹਿੰਦਾ। ਫਿਰ ਰਤ ਜਮਾ ਨਾ ਰਤ ਨ, ਐਸੀ ਕਸ਼ਿਸ਼ ਹੋਵੇ, ਉਹ ਹੈ ਨਾਮ। ਨਾਮ ਰੂਪੀ ਰਤਨ ਜਿਹੜਾ ਹੈ ਸਾਧੂਆਂ ਦੀ ਸੰਗਤ ਕਰਕੇ ਪਾਏ, ਐਸਾ ਅਮੋਲਕ ਰਤਨ ਪਾ ਲੈਂਦਾ ਜਿਹਦਾ ਮੁੱਲ ਕੋਈ ਨਹੀਂ। ਸੰਸਾਰ ਦੇ ਰਤਨਾਂ ਦੇ ਤਾਂ ਮੁੱਲ ਨਾ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣਦਾ, ਉਹਦੀ ਕੀਮਤ ਨਹੀਂ ਕੋਈ ਜਾਣਦਾ ਹੈ। ਸਾਧਕੈ ਸੰਗ ਏਕ ਉਪਰ ਜਤਨ। ਸਾਧੂਆਂ ਦੀ ਸੰਗਤ ਕਰਕੇ ਏਕ ਇੱਕ ਕੌਣ? ਜਿਹੜਾ ਮਨ ਹੈ, ਦੇਹ ਇੰਦਰੀਆਂ ਦੇ ਉੱਤੇ ਜਿਹਦੀ ਹੁਕੂਮਤ ਚੱਲਦੀ ਹੈ। ਮਨ ਦੇ ਉੱਤੇ ਕਾਬੂ ਕਰਨ ਦਾ ਜਿਹੜਾ ਯਤਨ ਉਦਮ ਕਰੀਦਾ ਕਿ ਮਨ ਨੂੰ ਬਸ ਕਿਵੇਂ ਕਰਨਾ ਹੈ। ਤੋ ਇਸ ਕਰਕੇ ਸਭ ਤੋਂ ਉੱਤੇ ਜਿਹੜੇ ਇੱਕ ਵਾਹਿਗੁਰੂ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਕਰਨ ਦਾ ਯਤਨ ਉਦਮ ਕਰੀਦਾ। ਇਹਦੇ ਦੋ ਅਰਥ ਹਨ। ਅੱਗੇ ਦੱਸਦੇ ਨੇ, ਸਾਧਕੇ ਮਹਿਮਾ ਵਰਨੈ ਕੌਣ ਪ੍ਰਾਨੀ। ਮਾਰੇ ਕਹਿੰਦੇ ਇਹੋ ਜਿਹਾ ਕੌਣ ਹੈ, ਕਿਹੜਾ ਪ੍ਰਾਣਾਧਾਰੀ ਜੀਵ ਹੈ ਜਿਹੜਾ ਸਾਧੂਆਂ ਦੀ ਮਹਿਮਾ ਕਰ ਸਕੇ। ਉਹ ਵਰਣਨ ਨਹੀਂ ਕਰ ਸਕਦਾ ਕੋਈ। ਇਹ ਸਵਾਲੀਆ ਫਿਕਰ ਹੈ, ਕੌਣ ਹੈ ਐਸਾ ਪ੍ਰਾਣੀ ਜਿਹੜਾ ਕਹੇ ਕਿ ਮੈਂ ਸਾਧੂਆਂ ਦੀ ਪੂਰੀ ਵਡਿਆਈ ਕਰ ਲਵਾਂ, ਵਰਣਨ ਕਰਾਂ। ਜਿਵੇਂ ਰੱਬ ਦੀ ਮਹਿਮਾ ਬੇਅੰਤ ਹੈ, ਰੱਬ ਦੇ ਪਿਆਰਿਆਂ ਦੀ ਮਹਿਮਾ ਵੀ ਬੇਅੰਤ ਹੈ। ਇਸ ਕਰਕੇ ਕੋਈ ਵਰਣਨ ਨਹੀਂ ਕਰ ਸਕਦਾ। ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਵਾਨੇ। ਸਤਿਗੁਰੂ ਜੀ ਕਥਨ ਕਰਦੇ ਨੇ, ਸਾਧ ਮਹਾਤਮਾ ਜਨਾਂ ਦੀ ਸੋਭਾ ਨਾਮ ਵਡਿਆਈ ਦਾ, ਉਹਨਾਂ ਦੀ ਜਿਹੜੀ ਵਡਿਆਈ ਹੈ, ਉਹਨਾਂ ਦਾ ਜੋ ਜਸ ਹੈ, ਉਹ ਪ੍ਰਭ ਪਰਮਾਤਮਾ ਦਾ ਨਾਮ ਹੈ। ਪਰਮੇਸ਼ਰ ਵਾਹਿਗੁਰੂ ਦੇ ਮਾਹੇ ਕਹੀਏ ਵਿੱਚ ਸਮਾਨੀ ਸਮਾਈ ਹੋਈ ਹੈ। ਜਿੰਨੀ ਪਰਮਾਤਮਾ ਦੀ ਵਡਿਆਈ ਉਨੀ ਰੱਬ ਦੇ ਪਿਆਰੀਆਂ। ਉਦੋਂ ਤਾਂ ਵਿੱਚ ਭੇਦ ਹੋ ਗਏ। ਐਸੀ ਸੋਭਾ ਜਨੇ ਕਿ ਉਹਨਾਂ ਦੀ ਸੋਭਾ ਕੈਸੀ ਹੈ? ਜੇ ਵੱਡਾ ਹਰ ਪ੍ਰਤਾਪ ਹੈ, ਜਿੱਡਾ ਵੱਡਾ ਰੱਬ ਦਾ ਪ੍ਰਤਾਪ ਹੈ ਓਡਾ ਵੱਡਾ ਹੈ ਉਹਨਾਂ ਦਾ ਪ੍ਰਤਾਪ। ਜਿੱਥੇ ਤੱਕ ਰਾਜੇ ਦਾ ਹੁਕਮ ਚੱਲਦਾ ਉੱਥੇ ਤੱਕ ਪਟਰਾਣੀ ਦਾ ਹੁਕਮ ਚੱਲਦਾ, ਉਹਦੀ ਪਟਰਾਣੀ ਹੈ। ਤੇ ਇਸ ਪ੍ਰਕਾਰ ਫਿਰ ਉਹ ਪਰਮਾਤਮਾ ਦਾ ਰੂਪ ਹੀ ਹੋ ਗਏ। ਹਰ ਜਨ ਦੋਈ ਏਕ ਹੈ।
ਬਿਬ ਵਿਚਾਰ ਕ੍ਰਿਸ਼ਨਾਏ। ਪ੍ਰਭੂ ਦੇ ਵਿੱਚ ਹੀ ਸਮਾਈ ਹੋਈ ਮਿਲੀ ਹੋਈ ਹੈ। ਸਾਧ ਕੈ ਸੰਗ ਅਗੋਚਰ ਮਿਲੈ। ਸਾਧੂਆਂ ਦੀ ਸੰਗਤ ਕਰਕੇ ਗੋਚਰ ਹੁੰਦਾ ਹੈ ਅਧੀਨ, ਤੇ ਅਗੋਚਰ ਹੁੰਦਾ ਜਿਹੜਾ ਪਕੜ ਤੋਂ ਬਾਹਰ ਨਿਕਲ ਜਾਵੇ, ਅਵਿਸ਼ੇ। ਜਿਹੜਾ ਇੰਦਰੀਆਂ ਦੇ ਵਿਸ਼ੇ ਨਹੀਂ, ਭਾਵ ਇੰਦਰੀਆਂ ਤੋਂ ਪਰੇ, ਉਹ ਕੌਣ ਹੈ? ਵਾਹਿਗੁਰੂ। ਨੇਤਰਾਂ ਨਾਲ ਵੇਖਣ ਦਾ ਵਿਸ਼ਾ ਨਹੀਂ, ਕੰਨਾਂ ਨਾਲ ਸੁਣਨ ਦਾ ਵਿਸ਼ਾ ਨਹੀਂ, ਹੱਥਾਂ ਨਾਲ ਪਕੜਨ ਦਾ ਵਿਸ਼ਾ ਨਹੀਂ। ਉਹ ਸੱਤਾ ਮਾਤਰ ਜਿਹੜਾ ਵਾਹਿਗੁਰੂ ਹੈ ਮਿਲੇ, ਪ੍ਰਾਪਤ ਹੋ ਜਾਂਦਾ ਹੈ। ਐਸਾ ਪਰਮੇਸ਼ਰ ਹੈ ਜਿਹੜਾ ਉਹ ਗਿਆਨ ਦੁਆਰਾ ਪਰਮੇਸ਼ਰ ਵਾਹਿਗੁਰੂ ਮਿਲ ਜਾਂਦਾ, ਜਿਹੜਾ ਅਗੋਚਰ ਸੀ ਉਹਦੇ ਨਾਲ ਮਿਲਾਪ ਹੋ ਜਾਂਦਾ ਹੈ। ਅੱਗੇ ਦੱਸਦੇ ਨੇ, ਸਾਧ ਕੈ ਸੰਗ ਸਦਾ ਪ੍ਰਫੁੱਲੈ। ਸਾਧੂਆਂ ਦੀ ਸੰਗਤ ਕਰਕੇ ਮਨ ਸਦਾ ਹਮੇਸ਼ਾ ਪ੍ਰਫੁੱਲਤ ਹੁੰਦਾ ਹੈ, ਖਿੜ ਜਾਂਦਾ ਹੈ। ਪਰ ਵਿਸ਼ੇਸ਼ ਕਰਕੇ ਫੁੱਲੈ, ਪ੍ਰਸੰਨ ਹੋ ਜਾਂਦਾ ਹੈ। ਸਾਧ ਕਿਰਪਾ ਤੇ ਸੂਕਾ ਹਰਿਆ, ਮੇਰਾ ਮਨ ਸਾਧ ਜਨਾ ਮਿਲ ਹਰਿਆ। ਇਸ ਪ੍ਰਕਾਰ ਉਹ ਭਗਤੀ ਦੀ ਹਰਿਆਵਲਤਾ ਹੈ। ਸਾਧੂਆਂ ਦੀ ਸੰਗਤ ਵਿੱਚ ਰੱਬ ਦੇ ਨਾਮ ਦੀ ਹਰਿਆਵਲਤਾ ਆਉਂਦੀ ਹੈ, ਸ਼ੁਭ ਗੁਣਾਂ ਦੀ ਹਰਿਆਵਲਤਾ ਆਉਂਦੀ ਹੈ, ਭਗਤੀ ਦੀ ਹਰਿਆਵਲਤਾ ਆ ਜਾਂਦੀ ਹੈ। ਸਾਧ ਕੈ ਸੰਗ ਆਵਹਿ ਬਸ ਪੰਚਾ। ਸਾਧੂਆਂ ਦੀ ਸੰਗਤ ਦਾ ਹੋਰ ਫਲ ਦੱਸਦੇ, ਤੇ ਜਿਹੜੀ ਸਾਧੂਆਂ ਦੀ ਸੰਗਤ ਕਰਦੇ ਹੈ ਤੇ ਪੰਜ ਕਿਹੜੇ ਨੇ? ਪੰਚੇ ਦਾ ਅਰਥ ਹੈ ਪੰਜ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸਾਧੂਆਂ ਦੀ ਸੰਗਤ ਕਰਕੇ ਆਵਹਿ ਬਸ, ਇਹ ਬਸ ਆ ਜਾਂਦੇ ਨੇ, ਅਧੀਨ ਹੋ ਜਾਂਦੇ ਨੇ। ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਦੋਨਾਂ ਦੀ ਕਿਰਪਾ ਹੁੰਦੀ ਹੈ। ਤੋ ਇਸ ਕਰਕੇ ਫਿਰ ਜਿਹੜੇ ਸਾਧ ਕਹਾਉਣ ਵਾਲੇ ਆਪ ਹੀ ਵਿਸ਼ਿਆਂ 'ਚ ਗਰਕ ਹੋਏ ਹੋਣ, ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਜਿਗਿਆਸੂਆਂ ਨੇ ਕਿੱਥੇ ਕਾਮ ਕ੍ਰੋਧ ਤੋਂ ਬਚਣਾ, ਤਾਂ ਖੁਦ ਹੀ ਨਹੀਂ ਬਚੇ ਹੋਏ। ਇਸ ਕਰਕੇ ਗੁਰਬਾਣੀ ਫਿਰ ਉਹਨਾਂ ਨੂੰ ਸਾਧ ਵੀ ਨਹੀਂ ਕਹਿੰਦੀ। ਇਹ ਤਾਂ ਉਹਨਾਂ ਨੂੰ ਕਹੇ ਜਿਨ੍ਹਾਂ ਨੇ ਮਨ ਸਾਧ ਲਿਆ, ਜਿਨ੍ਹਾਂ ਦੇ ਪਿੱਛੇ ਵਿਚਾਰ ਆਈ ਹੈ। ਇਹ ਪੰਜੇ ਵਸ ਆ ਜਾਂਦੇ ਨੇ। ਵਾਹਿਗੁਰੂ ਕਿਰਪਾ ਕਰੇ ਸਿੱਖ ਜਗਤ ਵੇ ਜਿਹੇ ਮਹਾਂਪੁਰਸ਼ ਵੀ ਹੋਏ ਜਿਨ੍ਹਾਂ ਦੇ ਦਰਸ਼ਨ ਕਰਨ ਮਾਤਰ ਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੁੰਨ ਹੋ ਜਾਂਦੇ, ਜਿਵੇਂ ਅਫੁਰ ਅਵਸਥਾ ਵਿੱਚ ਚਲੇ ਜਾਂਦੇ। ਸਾਧੂਆਂ ਦੇ ਕਮਾਈ ਦਾ ਇੰਨਾ ਫਰਕ ਹੈ। ਇਹ ਪੰਜੇ ਵਸ ਆ ਜਾਂਦੇ ਹਨ, ਕਾਮ ਕ੍ਰੋਧ ਆਦ। ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧੂਆਂ ਦੀ ਸੰਗਤ ਕਰਕੇ ਮਿਰਤੂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦੇ ਨਾਮ ਰਸ ਦੇ ਆਨੰਦ ਨੂੰ ਪੁੰਚਾ, ਭੋਗੀ ਦਾ, ਮਾਣੀ ਦਾ, ਉਹਦਾ ਰਸ ਪ੍ਰਾਪਤ ਹੁੰਦਾ ਨਾਮ ਦਾ। ਸਾਧ ਸੰਗ ਹੋਏ ਸਭ ਕੀ ਰੇਨ। ਸਾਧੂਆਂ ਦੀ ਸੰਗਤ ਕਰਨ ਵਾਲੇ ਦਾ ਮਨ ਕਿੰਨਾ ਨਿਮਰਤਾ ਚ ਆ ਜਾਂਦਾ ਹੈ, ਸਾਰਿਆਂ ਦੀ ਚਰਨ ਧੂੜ ਹੋ ਜਾਂਦਾ ਹੈ। ਉਹਨੂੰ ਸਮਝ ਆ ਗਈ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪਿਗਤ ਪਾਏ। ਉਹ ਨਿਮਰਤਾ ਚ ਆ ਜਾਂਦਾ ਹੈ, ਹੈਂਕੜ ਨਹੀਂ ਰਹਿੰਦੀ, ਉਹਦੇ ਚ ਨਿਮਰਤਾ ਆ ਜਾਂਦੀ ਹੈ। ਕਿਉਂਕਿ ਸਾਧੂ ਨਿਮਰਤਾ ਸਿਖਾਉਂਦੇ ਹੈ। ਜਿਹੜੇ ਸਾਧੂ ਆਕੜ ਸਿਖਾਉਣ ਫਿਰ ਭਾਈ ਉਹ ਸਾਧਪਣੇ ਦੀ ਗੱਲ ਨਹੀਂ ਆਉਂਦੀ ਹੈ। ਇੱਥੇ ਨਿਮਰਤਾ ਹੈ। ਗੁਰੂ ਨਾਨਕ ਦੇ ਘਰ ਦੀ ਨਿਮਰਤਾ ਨੂੰ ਥਾਂ ਹੈ। ਸਾਧ ਕੈ ਸੰਗ ਮਨੋਹਰ ਬੈਨ। ਸਾਧੂਆਂ ਦੀ ਸੰਗਤ ਕਰਨ ਵਾਲੇ ਦੇ ਜਿਹੜੇ ਬਚਨ ਮਨੋਹਰ ਸੁੰਦਰ ਬਚਨ, ਬੈਨ ਬੋਲਦਾ, ਬਚਨ ਖਰਬੇ ਬਚਨ ਨਹੀਂ ਬੋਲਦਾ, ਹਿਤਕਾਰੀ ਬਚਨ ਬੋਲਦਾ, ਜਿਹੜੇ ਦੂਜੇ ਨੂੰ ਸੁਣ ਕੇ ਪ੍ਰੇਮ ਪੈਦਾ ਕਰਨ। ਰੱਬ ਆਪ ਮਿੱਠ ਬੋਲੜਾ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜਿਹੜੇ ਰੱਬ ਨਾਲ ਜੁੜ ਗਏ ਉਹਨਾਂ ਦੇ ਬਚਨ ਵੀ ਮਿੱਠੇ ਹੋ ਜਾਂਦੇ ਹਨ। ਸਾਧ ਕੈ ਸੰਗ ਨਾ ਕਤਹੁ ਧਾਵੈ। ਸਾਧੂਆਂ ਦੀ ਸੰਗਤ ਕਰਕੇ ਮਨ ਕਿਸੇ ਪਾਸੇ ਕਾਮੀ ਕ੍ਰੋਧੀਆਂ ਦੀ ਕੁਸੰਗਤ ਵਿੱਚ ਦੌੜਦਾ ਨਹੀਂ, ਫਿਰ ਉਧਰ ਨੂੰ ਨਹੀਂ ਜਾਂਦਾ ਹੈ। ਸਾਧ ਸੰਗ ਅਸਥਿਤ ਮਨ ਪਾਵੈ। ਸਾਧੂਆਂ ਦੀ ਸੰਗਤ ਕਰਕੇ ਮਨ ਜਿਹੜਾ ਟਿਕਦਾ ਨਹੀਂ, ਕਬੂੰ ਜੀ ਜਿਹੜਾ ਉਬ ਚੜਤਾ ਕਬੂੰ ਜਾਏ ਪਏ ਹਲੇ। ਇਹ ਅੰਤਸਕਰਨ ਸਥਿਤੀ ਨੂੰ ਪਾ ਲੈਂਦਾ, ਟਿਕਾ ਨੂੰ ਪਾ ਲੈਂਦਾ ਹੈ। ਮਨ ਟਿਕਣ ਲੱਗ ਜਾਂਦਾ ਭਗਤੀ ਵਿੱਚ। ਜਿਹੜਾ ਇੱਕ ਇੱਕ ਛਿਨ ਦੇ ਵਿੱਚ ਹੀ ਮਨ ਬਦਲਦਾ ਰਹਿੰਦਾ ਹੈ, ਫੁਰਨਿਆਂ ਰੂਪ ਦੇ ਅੰਦਰ ਉਹ ਟਿਕ ਜਾਂਦਾ, ਸ਼ਬਦ ਦਾ ਰੂਪ ਬਣ ਜਾਂਦਾ ਹੈ। ਸਾਧ ਕੈ ਸੰਗ ਮਾਇਆ ਤੇ ਭਿੰਨ। ਸਾਧੂਆਂ ਦੀ ਸੰਗਤ ਦਾ ਹੋਰ ਫਲ ਦੱਸਦੇ ਨੇ ਕਿ ਮਾਇਆ ਤੋਂ ਭਿੰਨ ਨਿਰਲੇਪ ਹੋ ਜਾਂਦਾ, ਸੁਤੰਤਰ ਹੋ ਜਾਂਦਾ ਹੈ। ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਉਸ ਮਨ ਦੇ ਉੱਤੇ। ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧੂਆਂ ਦੀ ਸੰਗਤ ਜਿਹੜੀ ਹੈ ਹੋਰ ਫਲ ਦਿੰਦੀ ਹੈ। ਮਹਾਰਾਜ ਕਥਨ ਕਰਦੇ ਨੇ ਗੁਰੂ ਅਰਜਨ ਦੇਵ ਜੀ,
ਕਿ ਸਤ ਸੰਗਤ ਕਰਨ ਵਾਲਿਆਂ ਤੇ ਪ੍ਰਭੂ ਪਰਮਾਤਮਾ ਪ੍ਰਭ ਨਾਮ ਹੀ ਉਸ ਵਾਹਿਗੁਰੂ ਦਾ ਮਾਲਕ ਦਾ ਹੈ। ਸੋ ਪ੍ਰਸੰਨ ਸ੍ਰੇਸ਼ਟ ਪ੍ਰਸੰਨਤਾ ਹੋ ਜਾਂਦੀ ਹੈ ਤੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਮੇਲ ਹੋ ਜਾਂਦਾ ਹੈ। ਜਦੋਂ ਪ੍ਰਮਾਤਮਾ ਪ੍ਰਸੰਨ ਹੋਇਆ ਤੇ ਪ੍ਰਸੰਨ ਹੋ ਕੇ ਉਸ ਨੂੰ ਆਪਣੇ ਚਰਨਾਂ ਨਾਲ ਮੇਲ ਲੈਂਦਾ ਹੈ। ਇਹ ਵੀ ਸੰਗਤ ਦਾ ਪ੍ਰਤਾਪ ਹੈ ਕਿ ਵਾਹਿਗੁਰੂ ਦਾ ਮਿਲਾਪ ਹੋਇਆ। ਸਾਧ ਸੰਗ ਦੁਸ਼ਮਨ ਸਭ ਮੀਤ। ਫਿਰ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਜਿਹੜੀਆਂ ਦੁਸ਼ਮਣੀਆਂ ਕਰਨ ਵਾਲੇ ਨੇ, ਜਿਵੇਂ ਉਹ ਪਠਾਨ ਦਾ ਪਿੱਛੇ ਆਪ ਜੀ ਨੇ ਬਚਨ ਸੁਣਿਆ ਸੀ, ਜਿਹਦੇ ਦੁਸ਼ਮਣ ਬਣੇ ਸੀ, ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਦੇ ਕੋਲ ਆਇਆ ਸੀ, ਉਹ ਮਿੱਤਰ ਬਣੇ ਗਏ ਨਾ, ਨਾਮ ਦੇ ਪ੍ਰਤਾਪ ਕਰਕੇ ਹੋਏ। ਤੇ ਯੂਪੀ ਦੇ ਅੰਦਰ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਗੱਲ ਆਪ ਜੀ ਨੂੰ ਸੁਣਾਏ ਸੀ, ਉਹ ਦੁਸ਼ਮਣ ਮਿੱਤਰ ਬਣ ਗਿਆ ਸੀ। ਤੇ ਇਸ ਪ੍ਰਕਾਰ ਇਹ ਸਾਧੂ ਦੀ ਸੰਗਤ ਦਾ ਫਲ ਹੈ। ਦੁਸ਼ਮਣ ਵੀ ਮਿੱਤਰ ਬਣ ਜਾਣ ਜਿਹੜੇ ਦੁੱਖ ਦੇਣ ਵਾਲੇ ਨੇ। ਸਾਧੂ ਕੈ ਸੰਗ ਮਹਾ ਪੁਨੀਤ। ਸਾਧੂਆਂ ਦੀ ਸੰਗਤ ਕਰਨ ਵਾਲਾ ਪਾਪੀ ਤੋਂ ਪਾਪੀ, ਵੱਡਾ ਤੋਂ ਵੱਡਾ ਪਾਪ, ਜਿਹੜਾ ਪਾਪਾਂ ਦੇ ਨਾਲ ਲਿਬੜੇ ਹੀ ਪਿਆ ਤਨ ਮਨ ਕਰਕੇ, ਤੇ ਉਹ ਇਹ ਸਾਧੂਆਂ ਦੀ ਸੰਗਤ ਕਰਕੇ ਇਹ ਵਿਦਿਆ ਆਦਿ ਦੀ ਮੈਲ, ਰਾਗ ਦਵੈਸ਼ ਦੀ ਮੈਲ, ਇਸ ਤੋਂ ਮਹਾ ਪੁਨੀਤ, ਇੱਕ ਤਾਂ ਪੁਨੀਤ ਹੁੰਦਾ ਪਵਿੱਤਰ, ਪਵਿੱਤਰ, ਪਵਿੱਤਰ ਪੁਨੀਤ, 3 ਵਾਰੀ ਪਵਿੱਤਰ ਪਵਿੱਤਰ ਕਹੀਏ, ਇੱਕ ਪੁਨੀਤ ਬਣਦਾ, ਪਰ ਇੱਥੇ ਪੁਨੀਤ ਦੇ ਨਾਲ ਵੀ ਮਹਾ ਲਾਇਆ ਹੋਇਆ ਹੈ। ਤੇ ਵੱਡੀ ਪਵਿੱਤਰਤਾ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਸਤ ਸੰਗਤ ਕਰਕੇ। ਬਹੁਤਾ ਵੱਡਾ ਪਵਿੱਤਰ ਹੋ ਜਾਂਦਾ ਹੈ, ਜਣੇ ਜਿਹਦੇ 'ਚ ਕੋਈ ਮੈਲ ਕਿਸੇ ਪ੍ਰਕਾਰ ਦੀ ਰਹਿੰਦੀ ਨਹੀਂ, ਪਾਪਾਂ ਦੀ, ਜੀਵਨ ਮੁਕਤ ਹੋ ਜਾਂਦਾ ਹੈ। ਸਾਧ ਸੰਗ ਕਿਸ ਸਿਓ ਨਹੀਂ ਵੈਰ। ਸਾਧੂਆਂ ਦੀ ਸੰਗਤ ਕਰਨ ਵਾਲਾ ਭਾਈ ਕਿਸੇ ਨਾਲ ਦੁਸ਼ਮਣੀ ਨਹੀਂ ਕਰਦਾ। ਜਿਹੜਾ ਸਾਧਾਂ ਦੇ ਕੱਪੜੇ ਪਾ ਕੇ ਆਪ ਹੀ ਦੁਸ਼ਮਣੀ ਕਰਦਾ ਫਿਰੇ, ਉਹ ਚੇਲੇ ਨੇ ਤਾਂ ਆਪ ਹੀ ਦੁਸ਼ਮਣ ਬਣਨਾ ਲੋਕਾਂ ਦੇ। ਉਹਨਾਂ ਦੇ ਅੰਦਰ ਨਿਰਵੈਰਤਾ ਆ ਜਾਂਦੀ ਹੈ। ਕਿਉਂ? ਨਾ ਕੋ ਵੈਰੀ ਨਾਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੀ ਸਾਜਨ। ਉਹ ਕਿਉਂ ਵੈਰ ਕਰਨਗੇ? ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੇਰਾ ਰੂਪ ਹੀ ਹੈ ਸਾਰੇ, ਜੋ ਸਾਰਿਆਂ ਵਿੱਚ ਹੈ ਉਹ ਮੇਰੇ ਵਿੱਚ ਹੈ, ਜੋ ਮੇਰੇ ਵਿੱਚ ਹੈ ਉਹੀ ਤਾਂ ਸਾਰਿਆਂ ਵਿੱਚ ਹੈ। ਫਿਰ ਵੈਰ ਕਿਹਦੇ ਨਾਲ? ਇਹ ਅਕਲ ਆ ਜਾਂਦੀ ਹੈ। ਪਰ ਸਾਧੂਆਂ ਦੀ ਸੰਗਤ ਕਰਕੇ ਇਹ ਸਾਰਾ ਵੈਰ ਭਾਵ ਖਤਮ ਹੋ ਜਾਂਦਾ ਹੈ। ਸਾਧ ਕੈ ਸੰਗ ਨਾ ਬੀਗਾ ਪੈਰ। ਸਾਧੂਆਂ ਦੀ ਸੰਗਤ ਕਰਨ ਵਾਲੇ ਦਾ ਜਿਹੜਾ ਪੈਰ ਹੈ ਉਹ ਟੇਢਾ ਨਹੀਂ ਹੁੰਦਾ। ਬੀਗਾ ਨਾਮ ਟੇਢੇ ਦਾ ਹੁੰਦਾ ਹੈ। ਕਿਸ ਤਰ੍ਹਾਂ ਟੇਢਾ ਨਹੀਂ ਹੁੰਦਾ? ਉਹ ਪ੍ਰੇਮਾ ਭਗਤੀ ਦਾ ਰਸਤਾ ਸਿੱਧਾ ਹੈ। ਇਹ ਤਾਂ ਜਿਹੜੇ ਸੰਗਤ ਕਰਦੇ ਆ ਸਿੱਧੇ ਮਾਰਗ ਤੇ ਜਾ ਰਹੇ ਨੇ, ਇਹ ਤਾਂ ਸਿੱਧੇ ਪੈਰ ਨੇ। ਜਿਹੜੇ ਸਿੱਧੇ ਪਾਸੇ ਨੂੰ ਜਾਣ ਸਿੱਧੇ ਪੈਰ, ਜਿਹੜੇ ਪੁੱਠੇ ਪਾਸੇ ਨੂੰ ਜਾਣ ਪੁੱਠੇ ਪੈਰ, ਟੇਢੇ ਪਾਸੇ ਨੂੰ ਜਾਣ ਟੇਢੇ ਪੈਰ। ਟੇਢਾ ਕੀ ਹੈ? ਕੁਸੰਗਤ। ਕੁਸੰਗਤ ਵਾਲੇ ਪਾਸੇ ਨੂੰ ਉਹ ਫਿਰ ਪੈਰ ਵਿੰਗੇ ਨਹੀਂ ਹੁੰਦੇ। ਮਨ ਰੂਪੀ ਪੈਰ ਉਧਰ ਨੂੰ ਨਹੀਂ ਚੱਲਦਾ। ਤਨ ਦੇ ਪੈਰ ਵੀ ਕੁਸੰਗਤ ਵੱਲ ਨੂੰ ਨਹੀਂ ਜਾਂਦੇ। ਮਨ ਜਿਹੜਾ ਸੰਕਲਪ ਵਿਕਲਪ ਬੁਰੇ ਪਾਸੇ ਨੂੰ ਨਹੀਂ ਜਾਂਦਾ ਹੈ। ਇਹ ਭਾਵ ਹੈ ਇਸ ਦਾ। ਸਾਧ ਕੈ ਸੰਗ ਨਾਹੀ ਕੋ ਮੰਦਾ। ਸਾਧੂਆਂ ਦੀ ਸੰਗਤ ਕਰਨ ਵਾਲੇ ਦੇ ਮਨ ਦੇ ਵਿੱਚ ਕੋਈ ਮੰਦਾ ਸੰਕਲਪ ਇਹ ਪੈਦਾ ਹੀ ਨਹੀਂ ਹੁੰਦਾ, ਪ੍ਰਤੀਤ ਹੀ ਨਹੀਂ ਹੁੰਦਾ। ਉਹਨਾਂ ਨੂੰ ਕੋਈ ਵੀ ਮੰਦਾ ਬੁਰਾ ਸੰਕਲਪ ਨਹੀਂ ਪੈਦਾ ਹੁੰਦਾ। ਕਿਸੇ ਦੀ ਬੁਰਾਈ ਵਾਲੀ ਗੱਲ ਨਹੀਂ ਕਦੇ ਸੋਚੂਗਾ ਵੀ ਇਹ ਮਰ ਜਾਏ, ਇਹਦਾ ਐਕਸੀਡੈਂਟ ਹੋ ਜਾਏ, ਇਹ ਕੰਗਾਲ ਹੋ ਜਾਵੇ ਤੇ ਇਹਦੇ ਪਰਿਵਾਰ ਦੇ ਜੀ ਐ ਹੋ ਜਾਣ। ਇਹ ਘਟੀਆ ਖਿਆਲ ਦੇ ਲੋਕਾਂ ਦਾ ਖਿਆਲ ਹੈ। ਉਹ ਫਿਰ ਕਿਸੇ ਦਾ ਬੁਰਾ ਹੀ ਨਹੀਂ ਸੋਚਦਾ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਤੇ ਇਸ ਦਾ ਬੁਰਾ ਕਿਉਂ ਹੋਏ? ਜਦੋਂ ਕਿਸੇ ਦਾ ਮੇਰਾ ਕੋਈ ਵੈਰੀ ਨਹੀਂ ਰੱਖਿਆ, ਮੈਂ ਕਿਹਦਾ ਵੈਰੀ ਰਿਹਾ? ਫਿਰ ਇਸ ਪ੍ਰਕਾਰ ਦਾ ਭਾਵ ਹੋ ਜਾਂਦਾ ਹੈ। ਉਹ ਕਿਸੇ ਪ੍ਰਕਾਰ ਦਾ ਵੀ ਬੁਰਾ ਨਹੀਂ ਸੋਚਦਾ ਹੈ। ਸਾਧ ਸੰਗ ਜਾਣੇ ਪਰਮਾਨੰਦਾ। ਮੰਦੇ ਸੰਕਲਪ ਹਟ ਗਏ ਤੇ ਮਨ ਸੁੱਧ ਹੋ ਗਿਆ ਸਾਧੂਆਂ ਦੀ ਸੰਗਤ ਕਰਕੇ। ਤੇ ਪਰਮਾਨੰਦ ਦਾ ਮਤਲਬ ਜੇ ਪਰਮਾਨੰਦਾ ਕਿਹਨੂੰ ਕਹਿੰਦੇ? ਪਰਮ ਆਨੰਦ। ਪਰਮ ਆਨੰਦ ਦਾ ਦੇਣ ਵਾਲਾ ਪਰਮਾਤਮਾ ਹੀ ਮਿਲ ਗਿਆ। ਮਹਾ ਸੁਖ ਸਰੂਪ ਵਾਹਿਗੁਰੂ ਨੂੰ ਜਾਣ ਲੈਂਦਾ ਹੈ। ਸਾਧ ਕੈ ਸੰਗ ਨਾਹੀ ਹੋ ਤਾਪ। ਸਾਧੂਆਂ ਦੀ ਸੰਗਤ ਕਰਨ ਵਾਲੇ ਹਉ ਹਉਮੈ ਦਾ ਤਾਪ ਸੰਤਾਪ
ਉਹਨੂੰ ਨਹੀਂ ਰਹਿੰਦਾ। ਜਾਂ ਆਦਿ ਵਿਆਧੀ ਉਪਾਧੀ ਆਪ ਇਹ ਤਾਪ ਨਹੀਂ ਰਹਿੰਦੇ। ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ। ਇਸ ਪ੍ਰਕਾਰ ਫਿਰੇ ਹੋਏ ਉਹਨਾਂ ਨੂੰ ਇਹ ਜਿਹੜੇ ਤਾਪਨ ਸੰਤਾਪ ਨਹੀਂ ਹੁੰਦੇ ਹਨ। ਸਾਧ ਕੈ ਸੰਗ ਤਜੈ ਸਭ ਆਪ। ਸਾਧੂਆਂ ਦੀ ਸੰਗਤ ਕਰਨ ਵਾਲੇ ਨੇ ਆਪਣਾ ਆਪਾ ਭਾਵ ਕੀ ਹੰਕਾਰ ਤਜੈ ਤਿਆਗ ਦਿੱਤਾ। ਸਭ ਆਪਣਾ ਆਪਾ ਤਿਆਗ ਦਿੱਤਾ, ਹੰਕਤਾ ਤਿਆਗ ਦਿੱਤੀ ਹੈ। ਕੇਵਲ ਪਰਮਾਤਮਾ ਦਾ ਨਾਮ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨ ਵਸੈ ਇਕ। ਨਾਮ ਦਾ ਹੀ ਪ੍ਰਭਾਵ ਰਹਿ ਗਿਆ। ਇਸ ਪ੍ਰਕਾਰ ਦੀ ਅਵਸਥਾ ਹੋ ਗਈ। ਆਪੇ ਜਾਣੈ ਸਾਧ ਵਡਾਈ। ਸਾਧੂਆਂ ਦੀ ਵਡਾਈ ਨਾਮ ਮਹਿਮਾ ਦਾ ਹੈ। ਇਹ ਤਾਂ ਵਾਹਿਗੁਰੂ ਜਾਣਦਾ ਹੈ, ਹੋਰ ਨਹੀਂ ਕੋਈ ਜਾਣ ਸਕਦਾ। ਉਹ ਆਪ ਹੀ ਜਾਣਦਾ ਹੈ, ਸੰਸਾਰ ਦੇ ਜੀਵ ਨਹੀਂ ਜਾਣ ਸਕਦੇ। ਆਪਣੀ ਮਹਿਮਾ ਨੂੰ ਵਾਹਿਗੁਰੂ ਆਪ ਜਾਣਦਾ ਹੈ। ਸਾਧੂ ਉਹਦਾ ਰੂਪ ਹੋਏ ਵੇ ਨੇ, ਸਾਧੂਆਂ ਦੀ ਮਹਿਮਾ ਨੂੰ ਵੀ ਉਹੀ ਜਾਣਦਾ ਹੈ। ਜੀਵ ਤਾਂ ਸੁਣੀ ਸੁਣਾਈ ਗੱਲ ਕਹਿ ਦੇਣਗੇ। ਤੇ ਇਸ ਪ੍ਰਕਾਰ ਫਿਰ ਵਾਹਿਗੁਰੂ ਇਹ ਜਾਣਦਾ ਹੈ ਉਹਨਾਂ ਦੀ ਵਡਿਆਈ ਨੂੰ। ਨਾਨਕ ਸਾਧ ਪ੍ਰਭੂ ਬਨ ਆਈ। ਕਿਉਂਕਿ ਜਿਹੜੇ ਸਾਧੂ ਨੇ ਉਹਨਾਂ ਦੀ ਪਰਮੇਸ਼ਰ ਦੇ ਨਾਲ ਪ੍ਰੀਤੀ ਬਣਾਈ ਹੈ, ਪ੍ਰਭੂ ਦੇ ਨਾਲ ਪ੍ਰੀਤੀ ਬਣਾਈ ਹੈ। ਕਹਿੰਦਾ ਫਲਾਣੇ ਨਾਲ ਮੇਰੀ ਬਣਦੀ ਨਹੀਂ। ਉਹ ਕੀ ਹੁੰਦਾ? ਉਹਦਾ ਪ੍ਰੇਮ ਨਹੀਂ ਹੈ, ਉਹਦੇ ਨਾਲ ਨਫ਼ਰਤ ਹੋ ਗਈ, ਖਿਆਲਾਂ ਦਾ ਟਕਰਾਅ ਹੋ ਗਿਆ। ਰੱਬ ਦੇ ਨਾਲ ਬਣੀ ਹੋਈ ਹੈ ਉਹਨਾਂ ਦੀ। ਫਿਰ ਇਸ ਕਰਕੇ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹਿ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹਿ। ਇਹ ਅਵਸਥਾ ਹੋ ਜਾਂਦੀ ਹੈ ਉਹਨਾਂ ਦੀ, ਜਿਵੇਂ ਕਲਗੀਧਰ ਮਹਾਰਾਜ ਨੇ ਕਿਹਾ, ਸਾਧ ਕੈ ਸੰਗ ਨਾ ਕਬਹੂ ਧਾਵੈ। ਸਾਧੂਆਂ ਦੀ ਸੰਗਤ ਕਰਨ ਵਾਲੇ ਕਦੇ ਵੀ ਕਿਸੇ ਪਾਸੇ ਜੂਨਾਂ ਦੇ ਵਿੱਚ ਦੌੜਦੇ ਨਹੀਂ। ਕੁੱਤਿਆਂ ਬਿੱਲਿਆਂ ਦੀ ਜੂਨ ਨਹੀਂ ਮਿਲਦੀ ਉਹਨਾਂ ਨੂੰ। ਟਿੱਡੀਆਂ ਪਪੜੀਆਂ ਨਹੀਂ ਬਣਦੇ, ਉਧਰ ਨੂੰ ਦੌੜ ਕੇ ਨਹੀਂ ਜਾਂਦੇ। ਜਾਂ ਫਿਰ ਸਾਧੂਆਂ ਦੀ ਸੰਗਤ ਕਰਨ ਵਾਲੇ ਕਦੇ ਵਿਸ਼ੇ ਵਿਕਾਰਾਂ ਵੱਲ ਦੌੜ ਕੇ ਨਹੀਂ ਜਾਂਦੇ ਹਨ। ਉਹ ਦੌੜ ਕੇ ਜਾਂਦੇ ਆ ਸਤ ਸੰਗਤ ਵਾਲੇ ਪਾਸੇ। ਇਹ ਅਵਸਥਾ ਉਹਨਾਂ ਦੀ ਹੋ ਜਾਂਦੀ ਹੈ। ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧੂਆਂ ਦੀ ਸੰਗਤ ਕਰਨ ਵਾਲੇ ਹਮੇਸ਼ਾ ਹੀ ਆਤਮਿਕ ਆਨੰਦ ਦਾ ਸੁਖ ਪ੍ਰਾਪਤ ਕਰ ਲੈਂਦੇ ਹਨ। ਸਾਧ ਸੰਗ ਬਸਤ ਅਗੋਚਰ ਲਹੈ। ਸਾਧੂਆਂ ਦੀ ਸੰਗਤ ਕਰਨ ਵਾਲੇ ਜਿਹੜੇ ਅਗੋਚਰ ਇੰਦਰੀਆਂ ਦੇ ਵਿਸ਼ੇ ਕੌਣ ਹੈ? ਸਤ ਚੇਤਨ ਆਨੰਦ ਸਰੂਪ ਹੈ ਵਾਹਿਗੁਰੂ ਦਾ। ਇਹ ਹੈ ਵਸਤੂ, ਅਗੋਚਰ ਵਸਤੂ ਸਤ ਚੇਤਨ ਆਨੰਦ। ਉਸ ਨੂੰ ਫਿਰ ਲਹੈ ਪ੍ਰਾਪਤ ਕਰ ਲੈਂਦੇ ਹਨ। ਸਾਧੂ ਕੈ ਸੰਗ ਅਜਰ ਸਹੈ। ਸਾਧੂਆਂ ਦੀ ਸੰਗਤ ਕਰਨ ਵਾਲੇ ਉਹਨਾਂ ਦੇ ਅੰਦਰ ਜਰਨਾ ਸ਼ਕਤੀ ਕਿੰਨੀ ਹੋ ਜਾਂਦੀ ਹੈ। ਨਾ ਸਹਾਰੇ ਜਾਣ ਵਾਲੀ ਇਹ ਦੋ ਤਰ੍ਹਾਂ ਦੀ ਗੱਲ ਹੈ। ਕੋਈ ਵਚਨ ਐਸਾ ਕੌੜਾ ਜਿਹੜਾ ਸਹਾਰਿਆ ਨਹੀਂ ਜਾ ਸਕਦਾ। ਪਰ ਸਾਧੂਆਂ ਦੀ ਸੰਗਤ ਕਰਨ ਵਾਲੇ ਉਹਨਾਂ ਦੇ ਅੰਦਰ ਨਾ ਜਰਨ ਵਾਲੇ ਬਚਨ ਨੂੰ ਸਹਿਣ ਦੀ ਸ਼ਕਤੀ ਹੋ ਜਾਂਦੀ ਹੈ, ਸਹਿ ਲੈਂਦੇ ਨੇ। ਉਹਦੇ ਕਿਹਾ ਕਹਿੰਦੇ ਜਿਹੜੀ ਧਰਤੀ ਹੈ ਵੀ ਇਹਦੇ 'ਚ ਬੜੀ ਅਖੇਧੀਰ ਹੈ। ਕਹਿੰਦੇ ਧਰਤੀ ਤੋਂ ਖੋਦਨ ਸਹਿ, ਤੇ ਇਹ ਸਹਿਣ ਕਰਦੀ ਹੈ। ਔਰ ਜਿਹੜੀ ਕਾਟਨ ਸਹਿ ਬਨ ਰਾਏ, ਕਹਿੰਦੇ ਬੋਲ ਕਬੋਲ ਸਾਧੂ ਸਹਿ, ਅਵਰ ਪੈ ਸਹਿਆ ਨਾ ਜਾਏ। ਮਾੜੇ ਬੋਲ ਸਾਧੂ ਸਹਿਣ ਕਰ ਸਕਦਾ, ਹੋਰ ਕੋਈ। ਸੇਖ ਉਪਰ ਵਾਲੇ ਮਹਾਂਪੁਰਸ਼ਾਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢੀਆਂ, ਰਾਈ ਜਿੰਨਾ ਅੰਤਰਾ ਹੀ ਨਹੀਂ ਹੈ। ਤੇ ਜੇ ਪੁੱਛਿਆ ਬਾਬਾ ਜੀ ਵੀ ਇਹ ਕੀ ਗੱਲ ਹੈ, ਉਹ ਕਹਿੰਦੇ ਜਿੱਦਣ ਮੈਂ ਘਰ ਛੱਡਿਆ ਸੀ ਆਪਣੀ ਮਾਂ ਵੀ ਉੱਥੇ ਹੀ ਛੱਡ ਜਾਂਦੀ ਸੀ, ਭੈਣ ਵੀ ਛੱਡ ਜਾਂਦੀ ਸੀ। ਇਹਨਾਂ ਦੀਆਂ ਮਾਵਾਂ ਮੇਰੀਆਂ ਮਾਵਾਂ ਨੇ, ਇਹਨਾਂ ਦੀਆਂ ਭੈਣਾਂ ਮੇਰੀਆਂ ਭੈਣਾਂ ਨੇ, ਤਾਂ ਆਪਣੀਆਂ ਨੂੰ ਇਹ ਕੱਢ ਰਹੇ ਨੇ, ਮੈਨੂੰ ਕੀ। ਕਹਿੰਦੇ ਤੁਹਾਨੂੰ ਗਾਲਾਂ ਦੇ ਰਹੇ ਆ, ਤੁਹਾਡੇ ਤੇ ਕੋਈ ਅਸਰ ਨਹੀਂ। ਕਹਿੰਦੇ ਮੈਂ ਲਈਆਂ ਹੀ ਨਹੀਂ। ਪ੍ਰਾਪਤ ਤਾਂ ਹੋਣਗੀਆਂ ਜਿਵੇਂ ਲੈਂਦਾ, ਮੈਂ ਤਾਂ ਲਈਆਂ ਹੀ ਨਹੀਂ ਹੈ, ਉਹਦੇ ਕੋਲੇ ਰਹਿ ਗਈਆਂ। ਇਹ ਅਜਰ ਵਸਤੂ ਨੂੰ ਸਹਿਣ ਦੀ ਬਾਤ। ਸੰਤ ਬਾਬਾ ਸ਼ਮਸ਼ੇਰ ਸਿੰਘ ਗੁੜਿਆਂ ਵਾਲੇ ਭੋਗੀ ਵਾਲਾ ਗਾਲਾਂ ਜਿਹਨੇ ਕੱਢੀਆਂ ਮਾਵਾਂ ਭੈਣੀ ਦੀਆਂ, ਉਹਨਾਂ ਦੇ ਘਰੇ ਰੋਟੀ ਖਾਣ ਚਲੇ ਗਏ ਰਾਤ ਨੂੰ। ਕਹਿੰਦੇ ਬਾਬਾ ਜੀ ਤੁਸੀਂ ਬੜੀ ਬੇਅਣਖੀ ਗੱਲ ਕੀਤੀ ਹੈ। ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਕਿਹਨੂੰ ਗਾਲਾਂ ਕੱਢੀਆਂ। ਇਹ ਅਜਰ ਵਸਤੂ ਨੂੰ ਸਹਿਣ। ਇੱਕ ਤਾਂ ਇਹ ਹੋ ਗਈ ਜਰਨਾ ਸ਼ਕਤੀ ਹੋ ਗਈ, ਤੇ ਦੂਸਰਾ ਹੈ ਆਤਮਿਕ ਆਨੰਦ ਨਾ ਜਰੇ ਜਾਣ ਵਾਲੀ ਇੱਕ ਖੇਡ ਵਰਤ ਜਾਂਦੀ ਹੈ।
ਹੋਛਾ ਨਹੀਂ ਜਰ ਸਕਦਾ। ਜਿਵੇਂ ਸੀਣੀ ਦਾ ਦੁੱਧ ਹਰੇਕ ਨੂੰ ਨਹੀਂ ਪਚ ਸਕਦਾ, ਸੀਣੀ ਦਾ ਦੁੱਧ ਕਿਸੇ ਭਾਂਡੇ ਦੇ ਵਿੱਚ ਰਹਿ ਨਹੀਂ ਸਕਦਾ, ਸੋਨੇ ਦੇ ਭਾਂਡੇ 'ਚ ਰਹਿੰਦਾ। ਸੋਨੇ ਦਾ ਭਾਂਡਾ, ਸੋਨਾ ਸੁੱਧ ਹੈ ਸਾਰੀਆਂ ਧਾਤੂਆਂ 'ਚੋਂ, ਉਹ ਫਿਰ ਆਤਮਿਕ ਆਨੰਦ ਰੂਪੀ ਨਾ ਜਰੇ ਜਾਣ ਵਾਲੀਆਂ ਸ਼ਕਤੀਆਂ ਜਿਹੜੀਆਂ ਪ੍ਰਾਪਤ ਹੋ ਗਈਆਂ, ਉਹ ਨਾ ਜਰਨ ਵਾਲੀ ਕੀ ਹੈ ਵੀ ਥੋੜੀ ਜਿਹੀ ਸ਼ਕਤੀ ਮਿਲੀ ਤੇ ਮਤੀਦਾਸ ਨੇ ਕਹਿਆ ਸੀ ਦਿੱਲੀ ਲਾਹੌਰ ਟਕਰਾ ਕੇ ਮੈਂ ਖਤਮ ਕਰ ਦਿਆਂ ਜਿੱਥੋਂ ਹੁਕਮ ਦਿੰਦੇ ਨੇ। ਮਹਾਰਾਜ ਨੇ ਪੁੱਛਿਆ ਸੀ ਇਹ ਸ਼ਕਤੀ ਕਿੱਥੋਂ ਆਈ? ਕਹਿੰਦੇ ਤੁਹਾਡੇ ਸੀਤ ਪ੍ਰਸ਼ਾਦ ਲਿਆ ਸੀ, ਝੂਠੇ ਛਿਲਕ ਝੂਪੇ ਸੀ। ਕਹਿੰਦੇ ਜੀ ਇਹਦੀ ਝੂਠ ਵਿੱਚ ਇੰਨੀ ਸ਼ਕਤੀ ਹੈ, ਆ ਕੁਝ ਕਰਨਾ ਹੁੰਦਾ ਮੈਂ ਹੀ ਨਾ ਕਰ ਲੈਂਦਾ। ਕਹਿੰਦੇ ਤੇਤੋਂ ਜਰੀ ਨਾ ਗਈ, ਵਾਪਸ ਲੈ ਲਈ ਸੀ ਸਾਰੀ ਸ਼ਕਤੀ। ਬਾਂਹ ਨੂੰ ਹੱਥ ਪਾ ਕੇ ਕਹਿੰਦੇ ਹੁਣ ਕਰਕੇ ਦਿਖਾ। ਕਹਿੰਦੇ ਜੀ ਹੁਣ ਤਾਂ ਕੁਝ ਵੀ ਨਹੀਂ ਰਿਹਾ। ਕਹਿੰਦੇ ਫਿਰ ਗੁਰੂ ਦੀ ਸ਼ਕਤੀ ਦੇ ਉੱਤੇ ਇੰਨਾ ਮਾਣ ਕਰ ਬੈਠਾ। ਕਹਿੰਦਾ ਮਹਾਰਾਜ ਗਲਤੀ ਹੋ ਗਈ, ਬਖਸ਼ ਲਓ। ਕਹਿੰਦੇ ਇੱਕ ਸ਼ਰਤ ਤੇ ਬਖਸ਼ਦੇ ਆ। ਇਹ ਕੀ? ਕਹਿੰਦੇ ਜੇ ਸਿਰ ਤੇ ਆਰਾ ਵੀ ਚੱਲ ਗਿਆ ਤਾਂ ਵੀ ਸ਼ਕਤੀ ਨਾ ਦਿਖਾਈ। ਮਹਾਰਾਜ ਨੂੰ ਪਤਾ ਸੀ ਵੀ ਆਰਾ ਚੱਲਣਾ ਹੈ। ਕਹਿੰਦਾ ਮਹਾਰਾਜ ਨਹੀਂ ਦਿਖਾਉਂਗਾ, ਜਿੰਨਾ ਚਿਰ ਸੀ ਰਹੇ ਮੈਂ ਨਹੀਂ ਸਕਦੀ। ਇਸ ਕਰਕੇ ਸਾਧੂਆਂ ਦੀ ਸੰਗਤ ਦਾ ਇਹ ਫਲ ਹੈ, ਗੁਰੂਆਂ ਦੀ ਸੰਗਤ ਦਾ, ਉਹ ਨਾ ਜਰਨ ਵਾਲੀਆਂ ਸ਼ਕਤੀਆਂ ਨੂੰ ਜਰ ਲੈਂਦਾ ਹੈ। ਤੋ ਇਸ ਕਰਕੇ ਫਿਰ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਇਹਦੇ ਵਿੱਚ ਜਰ ਜੜੇ ਹੋਏ ਨੇ, ਉਹਨਾਂ ਦੀ ਜਕੜ ਤੋਂ ਆ ਰਹਿਤ ਹੋ ਜਾਂਦਾ ਹੈ ਕਾਮ ਕ੍ਰੋਧ ਦਾ। ਇਸ ਤਰ੍ਹਾਂ ਦੀ ਉਹਨਾਂ ਦੀ ਅਵਸਥਾ ਨਾਮ ਕਰਕੇ ਪ੍ਰਾਪਤ ਹੋ ਗਈ ਹੈ। ਨਾਮ ਦੀ ਸ਼ਕਤੀ ਨੂੰ ਸਹਿਨ ਕਰ ਲਿਆ, ਕਾਮ ਕ੍ਰੋਧ ਦਾ ਤਿਆਗ ਕਰ ਦਿੱਤਾ, ਤੇ ਫਿਰ ਨਾਮ ਦੀਆਂ ਸ਼ਕਤੀਆਂ ਜਿਹੜੀਆਂ ਸਹਾਰੀਆਂ ਨੇ ਜਾਣ, ਇੰਨੀਆਂ ਸ਼ਕਤੀਆਂ ਉਛਲਦੀਆਂ ਪਰ ਉਹ ਸਹਾਰ ਲੈਂਦੇ ਆ, ਸ਼ਕਤੀ ਨਹੀਂ ਦਿਖਾਉਂਦੇ। ਸਰਮਦ ਫਕੀਰ ਦੀ ਸਾਖੀ ਸਾਹਮਣੇ ਹੈ। ਐਡਾ ਵੱਡਾ ਸ਼ਕਤੀ ਦਾ ਮਾਲਕ ਹੋ ਕੇ ਫਿਰ ਵੀ ਉਹਨੇ ਸਬਰ ਸੰਤੋਖ ਰੱਖਿਆ। ਸਬਰ ਸੰਤੋਖ ਦੇ ਮਾਅਨੇ ਪੁੱਛੇ ਸੀ ਤੇ ਰੂਮ ਬਲਾਇਤ ਦੇ ਬਾਦਸ਼ਾਹ ਨੂੰ ਇਹ ਉੱਤਰ ਚਾਹੀਦਾ ਸੀ, ਵਜ਼ੀਰ ਆਇਆ ਸੀ ਉਹਦਾ, ਕਈ ਵਾਰੀ ਦਾ ਪ੍ਰਸੰਗ ਹੈ, ਫਿਰ ਵੀ ਆ ਜਾਏਗਾ। ਸੋ ਇਸ ਪ੍ਰਕਾਰ ਸਾਧੂਆਂ ਦੀ ਸੰਗਤ ਦਾ ਫਲ ਹੈ। ਸਾਧੂਆਂ ਦੀ ਸੰਗਤ ਕਰਕੇ ਜਿਹੜਾ ਸਾਧ ਸੰਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਇਹਨਾਂ ਨੂੰ ਰੋਕਣ ਨੂੰ ਉਹਨਾਂ ਦੇ ਅੰਦਰ ਇਹ ਸ਼ਕਤੀ ਹੋ ਜਾਂਦੀ ਹੈ, ਉਹ ਨਾਮ ਦੀ ਸ਼ਕਤੀ ਹੈ, ਤੇ ਐਸਾ ਇਹਨਾਂ ਨੂੰ ਰੋਕਣ ਰੂਪ ਤਾਕਤ ਪੈਦਾ ਹੋ ਜਾਂਦੀ ਹੈ, ਉਹਨੂੰ ਸਹਿਨ ਕਰਦਾ ਹੈ। ਕਾਮ ਕ੍ਰੋਧ ਦਾ ਕੋਈ ਪ੍ਰਭਾਵ ਨਹੀਂ ਰਹਿੰਦਾ ਹੈ। ਸਾਧ ਕੈ ਸੰਗ ਬਸੈ ਥਾਨ ਉੱਚੇ। ਸਾਧੂਆਂ ਦੀ ਸੰਗਤ ਕਰਨ ਵਾਲੇ ਸਭ ਤੋਂ ਉੱਚਾ ਕੌਣ ਹੈ? ਉੱਚੇ ਉੱਪਰ ਉੱਚਾ ਨਾਮ। ਸਭ ਤੋਂ ਉੱਚਾ ਕੌਣ ਹੈ? ਅਤ ਉੱਚਾ ਤਾਕਾ ਦਰਬਾਰਾ ਸੱਚਖੰਡ। ਤੇ ਸਾਧੂਆਂ ਦੀ ਸੰਗਤ ਕਰਨ ਵਾਲੇ ਸੱਚਖੰਡ ਦੇ ਵਾਸੀ ਬਣ ਜਾਂਦੇ ਨੇ। ਸਭ ਤੋਂ ਉੱਚੀ ਅਵਸਥਾ ਤੁਰਿਆ ਪਦ ਹੈ। ਉਹ ਇਸ ਤੁਰਿਆ ਪਦ ਰੂਪੀ ਥਾਨ ਅਸਥਾਨ ਵਿੱਚ ਜਾ ਕੇ ਬਸਦੇ ਨੇ, ਉੱਥੇ ਟਿਕਾਣਾ ਹੁੰਦਾ ਹੈ, ਜਾਂ ਸੱਚਖੰਡ 'ਚ ਬਸਦੇ ਨੇ। ਸਾਧੂ ਕੈ ਸੰਗ ਮਹਿਲ ਪਹੁੰਚੈ। ਤੇ ਸਾਧੂਆਂ ਦੀ ਸੰਗਤ ਕਰਨ ਵਾਲੇ ਭਾਈ ਮਹਿਲ ਨਾਮ ਸਰੂਪ ਦਾ ਹੈ, ਪਰਮੇਸ਼ਰ ਦੇ ਸਰੂਪ ਦੇ ਵਿੱਚ ਪਹੁੰਚ ਹੋ ਜਾਂਦੀ ਹੈ। ਸਾਧੂਆਂ ਦੀ ਸੰਗਤ ਦਾ ਫਲ ਹੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ। ਸਾਧੂਆਂ ਦੀ ਸੰਗਤ ਕਰਕੇ ਸਾਰਿਆਂ ਧਰਮਾਂ ਵਿੱਚ ਇਹ ਦ੍ਰਿੜਤਾ, ਵਿਸ਼ਵਾਸ, ਪਕਿਆਈ ਆ ਗਈ। ਉਹ ਕਿਸੇ ਦੇ ਧਰਮ ਤੋਂ ਖਿਲਾਫ ਨਹੀਂ ਬੋਲਦੇ ਹੈ, ਸਾਰਿਆਂ ਦਾ ਕਿਸੇ ਦਾ ਖੰਡਨ ਮੰਡਨ ਨਹੀਂ ਕਰਦੇ। ਫਿਰ ਉਹ ਸਾਧੂਆਂ ਦੀ ਸੰਗਤ ਕਰਨ ਵਾਲੇ ਕਹਿੰਦੇ ਸਾਰੇ ਹੀ ਚੰਗੇ ਨੇ, ਰੱਬ ਦਾ ਨਾਮ ਲੈਣ ਵਾਲੇ ਨੇ, ਉਹ ਆਪਣੇ ਦ੍ਰਿੜ ਵਿੱਚ ਪੱਕੇ ਹੋ ਜਾਂਦੇ ਨੇ। ਤੇ ਇਸ ਕਰਕੇ ਸਾਧੂਆਂ ਦੀ ਸੰਗਤ ਕਰਨ ਵਾਲੇ ਜਿਹੜੇ ਜੀਵਨ, ਉਹ ਧਰਮ ਆਪਣੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਦ੍ਰਿੜ ਪੱਕਾ ਕਰ ਲੈਂਦੇ ਨੇ। ਤੋ ਇਸ ਕਰਕੇ ਤਜ ਸਭ ਪਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਾਲੇ ਹੈ ਧਰਮ। ਇਹ ਧਰਮ ਦੇ ਫਿਰ ਵਿਸ਼ਵਾਸੀ ਹੋ ਜਾਂਦੇ ਨੇ। ਸਗਲ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਦੇ 10 ਚਿੰਨ੍ਹ ਗਿਣੇ ਨੇ ਸਾਰ ਕਿਤਾਬਲੀ 'ਚ। ਖਿਮਾ ਅਹਿੰਸਾ ਦਇਆ ਮਿਰਦ ਸਤ ਵਚਨ ਤਪਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਖਿਮਾ ਆਪ ਤੋਂ ਕਮਜ਼ੋਰ ਨੇ ਕਿ ਵਾਧਾ ਕਰਤਾ ਹੋਵੇ ਉਹਨੂੰ ਸਹਿਨ ਕਰ ਲਿਆ, ਉਹ ਮੁਕਾਬਲਾ ਨਹੀਂ ਕਰਨ ਜੋਗਾ, ਪਰ ਉਹਦੀ ਵਧੀਕੀ ਸਹਿ ਲਈ, ਇਹ ਖਿਮਾ ਹੈ। ਅਹਿੰਸਾ, ਜੀਵਾਂ ਦਾ ਘਾਤ ਨਹੀਂ ਕਰਦੇ। ਦਇਆ, ਤਰਸ ਹੈ। ਮਿਰਦ, ਕੋਮਲ ਸੁਭਾਅ, ਮਿੱਠਾ ਬੋਲਦੇ ਹੈ। ਸਤ ਬਚਨ, ਝੂਠ ਨਹੀਂ ਬੋਲਦੇ। ਤਪ ਨਾਮ, ਚਿੱਤ ਕੀ ਇਕਾਗਰਤਾ ਕੋ ਜਾਣੀਏ, ਇਹ ਤਪ ਕਰਦੇ ਨੇ। ਸ਼ਾਂਤ ਕੀ ਤਪ ਕਰਦੇ ਨੇ, ਇਹਨਾਂ ਨੂੰ ਰੋਕ ਕੇ ਰੱਖਦੇ ਨੇ। ਦਾਨ, ਨਾਮ ਗਿਆਨ ਦਾ ਦਾਨ ਦਿੰਦੇ ਹੈ। ਸੀਲ, ਨਿਮਰਤਾ ਹੈ।
ਪਵਿੱਤਰਤਾ ਹੈ, ਤ੍ਰਿਸ਼ਨਾ ਤੋਂ ਬਿਨਾਂ ਹਨ। ਇਹ ਧਰਮੀ ਪੁਰਸ਼ ਦੇ ਲੱਛਣ ਕੀਤੇ ਨੇ। ਇਹ ਸਾਧੂਆਂ ਦੀ ਸੰਗਤ ਕਰਨ ਵਾਲਿਆਂ ਨੂੰ ਪ੍ਰਾਪਤ ਹੋ ਜਾਂਦੇ ਨੇ। ਸਾਧਕੈ ਸੰਗ ਕੇਵਲ ਪਾਰ ਬ੍ਰਹਮ। ਸਾਧੂਆਂ ਦੀ ਸੰਗਤ ਕਰਕੇ ਕੇਵਲ ਸਿਰਫ ਸੁੱਧ ਪਾਰ ਬ੍ਰਹਮ ਦੇ ਸਰੂਪ ਨਾਲ ਜੁੜਦਾ ਹੈ। ਭਾਵ ਕੀ ਹੈ? ਤੇ ਕੇਵਲ ਦੇ ਦੂਸਰਾ ਅਰਥ ਵੀ ਕੇਵਲ ਮੋਕਸ਼ ਨੂੰ ਪ੍ਰਾਪਤ ਹੋ ਜਾਂਦਾ ਹੈ। ਕੇਵਲ ਦੇ ਵਿੱਚੋਂ ਕੇਵਲ ਮੋਕਸ਼ ਦਾ ਭਾਵ ਸਮਝਣਾ। ਜੋ ਪਾਪਾਂ ਪੁੰਨਾਂ ਤੋਂ ਪਰੇ ਹੈ, ਪਾਰ ਹੈ ਵਾਹਿਗੁਰੂ, ਬ੍ਰਹਮ ਵਿਆਪਕ, ਉਹਦਾ ਰੂਪ ਹੋ ਜਾਂਦਾ ਹੈ ਵਾਹਿਗੁਰੂ ਦਾ। ਸਾਧਕੈ ਸੰਗ ਪਾਈ ਨਾਮ ਨਿਧਾਨ। ਸਾਧੂਆਂ ਦੀ ਸੰਗਤ ਕਰਕੇ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ, ਜੋ ਨਿਧੀਆਂ ਦਾ ਖਜ਼ਾਨਾ ਹੈ। ਨਾਨਕ ਸਾਧੂ ਕੈ ਕੁਰਬਾਨ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਤਾਂ ਸਾਧੂਆਂ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ, ਜਿਨ੍ਹਾਂ 'ਚ ਐਸੇ ਗੁਣ ਹਨ। ਸਾਧਕੈ ਸੰਗ ਸਭ ਕੁਲ ਉਧਾਰੈ। ਸਾਧੂਆਂ ਦੀ ਸੰਗਤ ਕਰਨ ਵਾਲੇ ਜੀਵ ਆਪਣੇ ਆਪ ਦਾ ਤਾਂ ਉਧਾਰ ਕਰਨਾ ਹੀ ਹੈ, ਉਹ ਤਾਂ ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦੇ ਆ, ਕੁਲਾਂ ਦਾ ਵੀ ਭਲਾ ਕਰ ਲੈਂਦੇ ਆ। ਤੇ ਇਸੇ ਤਰ੍ਹਾਂ ਦੈਵੀ ਕੁਲ ਜਿਹੜੀ ਹੈ, ਸਤ ਸੰਤੋਖ ਦਇਆ ਧਰਮ ਵਿਚਾਰ, ਜੋ ਆਸਰੀ ਸੰਪਦਾ ਦੇ ਹੇਠ ਦੱਬੀ ਹੋਈ ਸੀ, ਉਹਦਾ ਉਧਾਰ ਕਰ ਲੈਂਦੇ ਆ। ਦੈਵੀ ਗੁਣ ਪ੍ਰਗਟ ਹੋ ਜਾਂਦੇ ਨੇ, ਆਸਰੀ ਸੰਪਦਾ ਖਤਮ ਹੋ ਜਾਂਦੀ ਹੈ। ਜਿਵੇਂ ਰਾਵਣ ਨੇ ਦੇਵਤੇ ਕੈਦ ਕੀਤੇ ਹੋਏ ਸੀ, ਰਾਮ ਜੀ ਨੇ ਛੁਡਾ ਲਏ। ਤੇ ਇਸ ਤਰ੍ਹਾਂ ਜਿਵੇਂ ਦੇਵਤੇ ਰਾਖਸ਼ਾਂ ਦੇ ਕਾਬੂ ਆ ਗਏ, ਸਾਡੇ ਦੈਵੀ ਗੁਣ, ਹੰਕਾਰ ਰੂਪੀ ਰਾਵਣ, ਉਹ ਦੈਵੀ ਗੁਣਾਂ ਨੂੰ ਸਾਡੇ ਹਿਰਦੇ ਦੀ ਲੰਕਾ ਦੇ ਵਿੱਚ ਦੱਬੀ ਬੈਠਾ ਹੈ। ਤੇ ਇਹ ਤੋਂ ਭਾਈ ਇਹ ਸ਼ੁਭ ਕੁਲ ਦਾ ਉਧਾਰ ਕਰ ਲੈਂਦੇ ਹੈ। ਸਤ ਸੰਤੋਖ ਦਇਆ ਧਰਮ, ਇਹ ਕੁਲ ਤਰ ਜਾਂਦੀ ਹੈ, ਭਾਵ ਪ੍ਰਾਪਤ ਹੋ ਜਾਂਦੀ ਹੈ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ। ਸਾਧੂਆਂ ਦੀ ਸੰਗਤ ਕਰਨ ਵਾਲੇ ਜੀਵ ਜਿਹੜੇ ਨੇ, ਆਪਣੇ ਸੱਜਣ ਮਿੱਤਰਾਂ ਨੂੰ, ਦੋਸਤਾਂ ਨੂੰ, ਕੁਟੰਬ, ਇਸਤਰੀ ਤੋਂ ਵਧਿਆ ਪਰਿਵਾਰ ਤੇ ਇਤਿਆਦਿਕ ਸਾਰਿਆਂ ਨੂੰ ਨਿਸਤਾਰੇ, ਨਿਸ ਪ੍ਰਪੰਚ ਤੋਂ ਤਾਰ ਲੈਂਦੇ ਹਨ। ਸਾਧੂ ਕੈ ਸੰਗ ਸੋ ਧਨ ਪਾਵੈ। ਸਾਧੂਆਂ ਦੀ ਸੰਗਤ ਕਰਕੇ ਉਹ ਧਨ ਦੌਲਤ ਮਿਲਦੀ ਹੈ ਜਿਹੜੀ ਸੰਸਾਰ ਦੇ ਕਿਸੇ ਵੀ ਰਾਜੇ ਮਹਾਰਾਜੇ ਨੂੰ ਪ੍ਰਾਪਤ ਨਹੀਂ ਹੈ। ਉਹ ਧਨ ਪਾ ਲੈਂਦਾ। ਉਹ ਕਿਹੜਾ ਧਨ ਹੈ? ਨਾਮ ਰੂਪੀ ਧਨ ਹੈ। ਉਹ ਧਨ ਪਾਉਂਦਾ ਹੈ। ਜਿਸ ਧਨ ਤੇ ਸਭ ਕੋ ਵਰਸਾਵੇ। ਜਿਸ ਨਾਮ ਰੂਪੀ ਧਨ ਤੋਂ ਵੇ ਸਭ ਕੋਈ ਵਰਸਾਵੇ, ਲਾਭ ਉਠਾਉਂਦਾ ਹੈ, ਬਰੋਸ ਆਉਂਦਾ ਹੈ। ਉਹ ਅੱਗੇ ਵੀ ਭਲਾ ਹੁੰਦਾ ਉਹਨਾਂ ਜੀਵਾਂ ਦਾ, ਉਹ ਬਖਸ਼ਾਂ ਕਰਦੇ ਨੇ ਅੱਗੇ ਵੀ। ਸਾਧ ਸੰਗ ਧਰਮ ਰਾਏ ਕਰੇ ਸੇਵਾ। ਸਾਧੂਆਂ ਦੀ ਸੰਗਤ ਕਰਨ ਵਾਲੇ ਪਹਿਲੀ ਤਾਂ ਗੱਲ ਹੈ ਵੀ ਪ੍ਰਲੋਕ ਦੇ ਵਿੱਚ ਜਾਂਦੇ ਹੀ ਨਹੀਂ, ਉੱਥੇ ਜਿੱਥੇ ਧਰਮਰਾਜ ਦੀ ਕਚਹਿਰੀ ਹੈ। ਪਰ ਜੇ ਕੋਈ ਚਲੇ ਵੀ ਜਾਣ ਕਿਸੇ ਕਾਰਨ ਪ੍ਰਲੋਕ ਜੀ, ਧਰਮਰਾਜ ਫਿਰ ਉਹਨਾਂ ਦੀ ਟਹਿਲ ਕਰਦਾ, ਉੱਠ ਕੇ ਸੇਵਾ ਕਰਦਾ। ਜਮ ਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ। ਸੇਵਕ ਬਣਦਾ, ਮੈਂ ਤੁਹਾਡਾ ਸੇਵਕ ਹਾਂ। ਅਧਿਆਤਮੀ ਹਰ ਗੁਣ ਤਾਸ ਮਨ, ਜਪ ਹੈ ਏਕ ਮੁਰਾਰ। ਤੇ ਉਹਨਾਂ ਦੀ ਸੇਵਾ ਜਿਹੜੀ ਹੈ, ਤਿਨ ਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨਹਾਰ। ਉਹਨਾਂ ਦੀ ਸੇਵਾ ਧਰਮਰਾਜ ਵੀ ਕਰਦਾ। ਤੇ ਇਸ ਪ੍ਰਕਾਰ ਫਿਰ ਜਿਵੇਂ ਮਹਾਰਾਜਾ ਜਨਕ ਨਹੀਂ ਸੀ ਚਲਿਆ ਗਿਆ, ਭਾਈ ਗੁਰਦਾਸ ਨੇ ਸਾਰੀ ਵਾਰਤਾ ਲਿਖੀ ਹੈ। ਧਰਮ ਰਾਏ ਨੂੰ ਆਖਿਓ ਨ ਸਭਨਾਂ ਦੀ ਕਰ ਬੰਦ ਖਲਾਸੀ, ਕਹਿੰਦਾ ਛੱਡ ਇਹਨਾਂ ਨੂੰ ਤਾਂ ਜਾਊਂਗੇ। ਕਰੇ ਬੇਨਤੀ ਧਰਮ ਰਾਏ, ਹਾਂ ਸੇਵਕ ਠਾਕੁਰ ਬਨਾਸੀ। ਮੈਂ ਤੁਹਾਡਾ ਸੇਵਕ ਹਾਂ, ਮਾਲਕ ਤਾਂ ਪ੍ਰਭੂ ਹੈ, ਤੁਸੀਂ ਪ੍ਰਭੂ ਦੇ ਭਗਤੋਂ, ਮੈਂ ਤੁਹਾਡਾ ਆਖਿਆ ਨਹੀਂ ਮੋੜ ਸਕਦਾ। ਇਸ ਕਰਕੇ ਸਾਧੂਆਂ ਦੀ ਸੰਗਤ ਕਰਨ ਵਾਲਾ ਜਿਹੜਾ ਹੈ, ਤੇ ਅੱਗੇ ਦੱਸਦੇ ਨੇ ਸਾਧਕੈ ਸੰਗ। ਸਾਧਕੈ ਸੰਗ ਸੋਭਾ ਸੁਰਦੇਵਾ। ਸਾਧੂਆਂ ਦੀ ਸੰਗਤ ਕਰਨ ਵਾਲੇ ਜਿਹੜੇ ਨੇ, ਉਹਨਾਂ ਦੀ ਸੋਭਾ ਤਾਂ ਸੁਰਦੇਵਾ, ਸੁਰ ਦੇਵਤਿਆਂ ਦਾ ਰਾਜਾ ਇੰਦਰ ਵੀ ਕਰਦਾ ਹੈ, ਉਹਨਾਂ ਦੀ ਵਡਿਆਈ ਕਰਦਾ ਹੈ। ਉਹ ਕਹਿੰਦਾ ਅਸੀਂ ਤਾਂ ਪੱਛਰਾਂ ਦੇ ਵਿਸ਼ਿਆਂ 'ਚ ਫਸੇ ਫਿਰਦੇ ਹਾਂ, ਧੰਨ ਹੈ ਤੂੰ ਨਾਮ ਜਪ ਕੇ ਹੋਰਾਂ ਦੀ ਵੀ ਕਲਿਆਣ ਕੀਤੀ ਤੇ ਆਪਣੀਆਂ ਬਾਸ਼ਨਾ ਵਟਾ ਦਿੱਤੀਆਂ, ਸਾਡੀ ਨਹੀਂ ਬਾਸ਼ਨਾ ਜੇ ਮਿੱਟੀ ਕੋੜੀ ਹੋਇਆ ਬੈਠਾ ਹੈ। ਸਾਧੂਆਂ ਦੀ ਸੰਗਤ ਕਰਨ ਵਾਲਿਆਂ ਦਾ ਉਹ ਵੀ ਧੰਨਵਾਦ ਕਰਦਾ ਹੈ। ਸਾਧੂਆਂ ਦੀ ਸੰਗਤ ਕਰਕੇ ਪੁਰਖ ਸੁਰਦੇਵਾ ਭਾਵ ਦੇਵੀ ਸੰਪਦਾ ਦੇ ਸਹਿਤ ਹੋ ਜਾਂਦਾ ਹੈ, ਲੋਕ ਪ੍ਰਲੋਕ ਦੇ ਸ਼ੋਭਾ ਵਡਿਆਈ ਪਾਉਂਦਾ ਹੈ। ਤੇ ਇਹ ਦੇਵਤੇ ਦੋ ਕਿਸਮ ਦੇ ਆ। ਇੱਕ ਤਾਂ ਦੇਵਤੇ ਉਹ ਤਾਂ ਕਈ ਕਿਸਮ ਦੇ ਆ। ਇੱਕ ਤਾਂ ਅਣਜਾਣ ਸੰਗਿਆਂ ਵਾਲੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ 33 ਕਰੋੜ ਦੇਵਤੇ। ਇੱਕ ਹੈਗੇ ਜਿਹੜੇ ਪੁੰਨ ਕਰਕੇ ਦੇਵਪੁਰੀ ਵਿੱਚ ਜਾਂਦੇ ਆ ਦੇਵਤੇ, ਉਹ ਨਰਦੇਵ ਹੋ ਗਏ, ਮਨੁੱਖ ਜਾਮੇ ਤੋਂ ਉੱਥੇ ਚਲੇ ਗਏ।
ਤੋ ਇਸ ਪ੍ਰਕਾਰ ਸਾਰੀ ਸ਼ੋਭਾ ਕਰਦੇ ਨੇ। ਇੱਕ ਪਿਤਰੀ ਦੇਵਨ, ਸਾਰੀ ਉਹਨਾਂ ਦੀ ਸ਼ੋਭਾ ਵਡਿਆਈ ਕਰਦੇ, ਜਿਹੜਾ ਸਾਧੂਆਂ ਦੀ ਸੰਗਤ ਕਰਦਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧੂਆਂ ਦੀ ਸੰਗਤ ਕਰਨ ਦਾ ਇਹ ਵੀ ਫਲ ਹੈ ਕਿ ਜਿਹੜੇ ਪਾਪ ਗੁਨਾਹ ਹਨ, ਪਾਪ ਭੱਜੀ ਜਾਂਦੇ ਆ, ਦੌੜ ਜਾਂਦੇ ਆ ਵੀ ਹੁਣ ਸਾਡਾ ਬਲ ਨਹੀਂ ਚੱਲਣਾ, ਇਹ ਸਾਨੂੰ ਨਾ ਕਿਤੇ ਮਾਰ ਦੇਵੇ, ਇਸ ਕਰਕੇ ਦੌੜ ਜਾਂਦੇ, ਨੇੜੇ ਨਹੀਂ ਆਉਂਦੇ ਜਿਹੜੇ ਗੁਨਾਹ ਹਨ। ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਜਿਨ੍ਹਾਂ ਨੇ ਅੰਮ੍ਰਿਤ ਵਰਗੇ ਮਿਰਤੂ ਤੋਂ ਰਹਿਤ ਕਰਨ ਵਾਲੇ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕੀਤਾ ਹੈ, ਕੀਰਤਨ ਕੀਤਾ, ਕਥਾ ਕੀਤੀ, ਉਹਨਾਂ ਦੇ ਪਾਪ ਭੱਜਦੇ ਆ, ਸਾਧੂਆਂ ਦੀ ਸੰਗਤ ਕਰਦੇ ਆ। ਸਾਧੂ ਕੀ ਜੋ ਲਹਿ ਓਟ, ਤੇਰੇ ਮਿਟੈ ਪਾਪ ਸਭ ਕੋਟ ਕੋਟ, ਕਰੋੜਾਂ ਜਨਮਾਂ ਦੇ ਕਰੋੜਾਂ ਪਾਪ ਮਿਟ ਜਾਣਗੇ। ਸਾਧ ਕੈ ਸੰਗ ਸਰਬ ਥਾਨ ਗਮ, ਸਾਧੂਆਂ ਦੀ ਸੰਗਤ ਕਰਨ ਵਾਲੇ ਦੀ ਗਮਤਾ ਕਿੱਥੇ ਤੱਕ ਹੋ ਜਾਂਦੀ ਹੈ? ਸਾਰੀਆਂ ਥਾਵਾਂ ਤੇ, ਪਤਾਲਾਂ 'ਚ, ਆਕਾਸ਼ਾਂ 'ਚ, ਖੰਡਾਂ ਬ੍ਰਹਮੰਡਾਂ 'ਚ, ਪਰਲੋਕ 'ਚ, ਧਰਮਰਾਜ ਦੀ ਕਚਹਿਰੀ ਤੱਕ, ਸੱਚਖੰਡ ਤੱਕ ਸਾਰੀ ਗਮਤਾ ਹੋ ਗਈ ਉਹਨਾਂ ਦੀ। ਗਮ ਨਾਮ ਗਮਤਾ ਦਾ ਇੱਥੇ ਸਾਰਿਆਂ ਥਾਵਾਂ ਤੇ ਗਮਤਾ ਹੋ ਜਾਂਦੀ ਹੈ। ਨਾਨਕ ਸਾਧ ਕੈ ਸੰਗ ਸਫਲ ਜਨਮ, ਤੇ ਫਿਰ ਸਤਿਗੁਰੂ ਜੀ ਕਥਨ ਕਰਦੇ ਆ, ਸਾਧ ਸੰਗਤ ਕਰਨ ਵਾਲੇ, ਸਾਧੂਆਂ ਦੀ ਸੰਗਤ ਕਰਨ ਵਾਲੇ ਜਿਹੜੇ ਮਨੁੱਖ ਨੇ, ਉਹਨਾਂ ਦਾ ਜਨਮ ਤੋਂ ਭਾਵ ਹੈ ਜਨਮ ਭਗਤੀ ਤੇ ਗਿਆਨ ਦੇ ਫਲ ਦੇ ਸਹਿਤ ਹੋ ਗਿਆ, ਸਫਲ ਹੋ ਗਿਆ। ਗੁਰੂ ਸਾਹਿਬ ਜੀ ਨੇ ਇਹ ਫਰਮਾਇਆ, ਤੋ ਇਸ ਕਰਕੇ ਉਹਨਾਂ ਦਾ ਜਨਮ ਧਨ ਹੋ ਗਿਆ। ਤੇ ਮਹਾਰਾਜ ਸਾਹਿਬ ਜੀ ਦੀ ਸੱਚਖੰਡ ਦੇ ਧਰਮਖੰਡ, ਗਿਆਨਖੰਡ, ਸਰਮਖੰਡ, ਸੱਚਖੰਡ, ਇਹਨਾਂ 'ਚ ਸਾਰਿਆਂ ਥਾਵਾਂ ਤੇ ਗਮਤਾ ਹੋ ਗਈ ਉਹਨਾਂ ਦੀ। ਇਹਦੇ ਤੇ ਇਤਿਹਾਸ ਦੇ ਵਿੱਚ ਇੱਕ ਸਾਖੀ ਆਉਂਦੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗ ਕੀਤੇ ਆ ਧਰਮ ਦੇ। ਮੁਗਲ ਸਾਮ ਪਠਾਨ ਜਿਹੜਾ ਸ਼ਾਹਜਹਾਨ ਨੇ ਭੇਜਿਆ ਸੀ 7000 ਫੌਜ ਦੇ ਕੇ, ਉਹ ਸਾਧ ਸਿੰਘ ਜੀ ਬੀਬੀ ਵੀਰੋ ਦਾ ਵਿਆਹ ਰੱਖਿਆ ਸੀ, ਅੰਮ੍ਰਿਤਸਰ ਸਾਹਿਬ ਦਾ ਜੰਗ। ਫਿਰ ਅਬਦੁਲ ਖਾਨ ਜਲੰਧਰ ਦਾ ਸੂਬਾ ਚੜਾ ਕੇ ਲਿਆਏ, ਉਹ ਸਾਧ ਸਿੰਘ ਘੇਰੜ ਚੌਧਰੀ ਮਰਿਆ, ਉਹ ਬੜੇ ਲੰਮੇ ਪ੍ਰਸੰਗਨ, 15000 ਫੌਜ ਭੇਜੀ, ਸਭ ਜਹੰਨਮ ਨੂੰ ਪਹੁੰਚਾ ਦਿੱਤੀ। ਤੇ ਮਹਾਰਾਜ ਸਾਹਿਬ ਨੇ ਕਿਹਾ, ਕਹਿੰਦੇ ਭਾਈ ਜਿਹੜੇ ਮੁਸਲਮਾਨ ਸੂਰਮੇ ਬਣੇ ਨੇ ਉਹਨੂੰ ਧਰਤੀ ਦੇ ਵਿੱਚ ਦੱਬੋ, ਇਹਨਾਂ ਦਾ ਧਰਮ ਇਹ ਕਹਿੰਦਾ ਵੀ ਇਹ ਦਫਨਾਉਂਦੇ ਆ, ਮਰਿਆਂ ਦਾ ਨਿਰਾਦਰ ਨਹੀਂ ਕਰਨਾ, ਜਿਹੜੇ ਸਿੱਖ ਸ਼ਹੀਦ ਹੋਏ ਉਹਨਾਂ ਦਾ ਸੰਸਕਾਰ ਕਰੋ। ਤੇ ਇਉਂ ਸਾਧ ਸਿੰਘ ਫਿਰ ਮਹਾਰਾਜ ਸਾਹਿਬ ਨੇ ਉੱਥੇ ਦਮਦਮਾ ਸਾਹਿਬ ਇੱਕ ਵੱਡਾ ਥੜਾ ਬਣਾ ਕੇ, ਚਲੋ ਢਾਡੀ ਆਪਣਾ ਰੰਗ ਭਰਦੇ ਨੇ ਜੀ, ਦੁਸ਼ਮਣਾਂ ਦੇ ਹਿੱਕ ਤੇ ਬਹਿ ਕੇ ਮਹਾਰਾਜ ਨੇ ਆ ਕੀਤਾ। ਮਹਾਰਾਜ ਕੋਈ ਤੇ ਅੰਦਰ ਕੋਈ ਬੈਰ ਥੋੜੀ ਹੈ। ਮਹਾਰਾਜ ਕਹਿੰਦੇ ਭਾਈ ਇਉਂ ਕਰੋ ਬਈ ਸਿੱਖਾਂ ਵਾਸਤੇ ਤਾਂ ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ, ਬਾਣੀ ਦਾ ਪਾਠ ਕਰੋ, ਤੇ ਜਿਹੜੇ ਹਿੰਦੂ ਚੜ੍ਹਾਈ ਕਰੇ ਆ ਕਹਿੰਦੇ ਉਹਨਾਂ ਦੇ ਧਰਮ ਦੇ ਅਨੁਸਾਰ ਕਹਿੰਦੇ ਐਂ ਕਰੋ, ਪੰਡਤ ਨੂੰ ਬੁਲਾ ਕੇ ਗਰੜ ਪੁਰਾਣ ਦੀ ਕਥਾ ਕਰਾ ਦਿਓ, ਇਹਨਾਂ ਦੇ ਧਰਮ 'ਚ ਐਸਾ ਹੈ। ਕਹਿੰਦੇ ਜੀ ਕਿੱਥੋਂ ਲਈ ਹੈ ਪੰਡਤ? ਕਹਿੰਦੇ ਉਹ ਨਿਤਾਨੰਦ ਪੰਡਤ ਸੀ, ਇੱਕ ਬੜਾ ਵਿਦਵਾਨ, ਬਟਾਲੇ ਰਹਿੰਦਾ ਸੀ, ਬਟਾਲੇ ਤੋਂ ਬੁਲਾ ਲਿਆ। ਕਹਿੰਦੇ ਪੰਡਤ ਜੀ ਕਥਾ, ਸਿੱਖਾਂ ਦੇ ਮਨ 'ਚ ਵਿਤਕਰਾ ਥੋੜਾ, ਉਹ ਵੀ ਬਹਿ ਕੇ ਵੀ ਪ੍ਰਾਣ ਦੀ ਕਥਾ ਸੁਣ ਲਿਆ ਕਰਨ। ਇੱਕ ਦਿਨ ਪੰਡਤ ਜੀ ਕਥਾ ਕਰ ਰਿਹਾ ਸੀ ਕਿ ਜਦੋਂ ਜੀਵ ਪ੍ਰਾਣੀ ਚੜ੍ਹਾਈ ਕਰਦਾ ਹੈ ਵੀ ਇੱਥੋਂ ਧਰਮਰਾਜ ਦੀ ਕਚਹਿਰੀ ਤੱਕ 86,000 ਯੋਜਨ ਇੰਨੀ ਦੂਰ ਹੈ। ਉਹ ਯੋਜਨ 4 ਕੋਹਾਂ ਦਾ ਹੁੰਦਾ ਹੈ, ਇਹਨੂੰ ਚੌਗੁਣਾ ਕਰ ਲਓ ਕਿੰਨੀਆਂ ਬਣ ਗਈਆਂ। ਤੇ 20,000 ਕੋਹਾਂ ਰੋਜ਼ ਦੀਆਂ ਤੁਰਨਾ ਵੀ ਇਹ ਲੈ ਕੇ ਜਾਂਦੇ, ਜਿਹੜੇ ਪਾਪੀ ਨੇ ਉਹਨਾਂ ਨੂੰ ਧੂ ਘੜੀਸ ਕੇ ਲੈ ਕੇ ਜਾਂਦੇ ਆ, ਦੁੱਖ ਦਿੰਦੇ ਆ ਜਮਦੂਤ, ਜਿਹੜੇ ਪੁੰਨੀ ਨੂੰ ਉਹਨੂੰ ਪਾਲਕੀ 'ਚ ਬਿਠਾ ਕੇ ਲੈ ਜਾਂਦੇ, ਟਾਈਮ ਉਹਨਾਂ ਨੂੰ ਵੀ ਉਨਾ ਹੀ ਲੱਗਦਾ। ਉਹ ਕਥਾ ਕਰਕੇ ਪੋਥੀ ਲਪੇਟਤੀ। ਤੇ ਹੁਣ ਕਥਾ ਤੋਂ ਬਾਅਦ ਜਦੋਂ ਕਥਾ ਸਮਾਪਤੀ ਹੋ ਗਈ, ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਤੇ ਆਪਣੇ ਥਾਂ ਤੇ ਬਿਰਾਜਮਾਨ ਹੋ ਗਏ। ਤੇ ਪਿੱਛੋਂ ਕਥਾ ਦੀ ਵਿਚਾਰ ਵੀ ਅੱਜ ਕੀ ਸੁਣਿਆ ਕਿਸ ਤਰ੍ਹਾਂ। ਇੱਕ ਸਿੱਖ ਬੋਲਿਆ, ਕਹਿੰਦੇ ਆ ਪੰਡਤ ਕੀ ਕਹੀ ਜਾਂਦਾ? ਪੰਡਤ ਪੋਥੀ ਸੰਤੋਖ ਰਿਹਾ, ਕਹਿੰਦਾ ਵੀ ਇਹ ਸਾਲ ਹੀ ਲੱਗ ਜਾਂਦਾ ਜਾਣ ਨੂੰ। ਕਹਿੰਦਾ ਲੈ ਜੇ ਮੈਨੂੰ ਗੁਰੂ ਸਾਹਿਬ ਆਗਿਆ ਦੇ ਦੇਣ, ਇੱਕ ਸਿੱਖ ਬੋਲਿਆ, ਕਹਿੰਦੇ ਜੇ ਮੈਨੂੰ ਗੁਰੂ ਸਾਹਿਬ ਜੀ ਆਗਿਆ ਦੇ ਦੇਣ, ਕਹਿੰਦੇ ਮੈਂ ਤਾਂ 4 ਪਹਿਰਾਂ ਚਲਾ ਜਾਊਂ। ਉਹ ਪੰਡਤ ਦੀ ਵੀ ਕੰਨ ਭੰਨਣ ਲੱਗ ਗਿਆ ਉਧਰ ਨੂੰ। ਜਦੋਂ ਇਸ ਤਰ੍ਹਾਂ ਸਾਧ ਸਿੰਘ ਜੀ ਕਿਹਾ ਸਿੱਖ ਨੇ, ਉਹਦਾ ਨਾਮ ਸੀ ਭਾਈ ਸੁੰਦਰ। ਇਹਨੇ ਨੂੰ ਦੂਸਰਾ ਸਿੱਖ ਬੋਲ ਪਿਆ, ਉਹਦਾ ਨਾਮ ਸੀ ਭਾਈ ਲਾਲਾ।
ਉਹ ਕਹਿੰਦਾ ਗੁਰਸਿੱਖਾ, ਕਹਿੰਦਾ ਮਾਣ ਨਾ ਕਰੀ ਵੀ 4 ਪੈਰਾਂ 'ਚ ਪਹੁੰਚ ਜਾਊ, ਮੈਨੂੰ ਦੁਆ ਆ ਗਿਆ ਗੁਰੂ ਸਾਹਿਬ ਤੋਂ, ਕਹਿੰਦਾ ਮੈਂ 2 ਪੈਰਾਂ 'ਚ ਪਹੁੰਚੂ, ਤੇਰੇ ਨੂੰ ਅੱਧਾ ਟਾਈਮ ਲਾਉਂ। ਇਹਨਾਂ ਨੂੰ ਭਾਈ ਮਈਆ ਬੈਠਾ ਸੀ ਕੋਲ। ਭਾਈ ਮਈਆ ਕਹਿੰਦਾ ਤੂੰ ਬਿਨਾਂ ਮਾਣ ਕਰ। ਕਹਿੰਦਾ ਕਿਉਂ? ਕਹਿੰਦਾ ਮੈਂ 1 ਪੈਰ 'ਚ ਪਹੁੰਚੂ, ਆਗਿਆ ਦਵਾ ਦਿਓ ਮਹਾਰਾਜ ਤੋਂ, ਧਰਮਰਾਜ ਦੀ ਕਚਹਿਰੀ ਨੂੰ ਹੱਥ ਲਾ ਕੇ ਵਾਪਸ ਆ ਜਾਊ। ਸਭ ਤੋਂ ਬਾਅਦ ਭਾਈ ਨਿਹਾਲਾ ਜੀ ਦੀ ਅਵਸਥਾ ਸੀ ਬਹੁਤ ਉੱਚੀ। ਉਹ ਕਹਿੰਦੇ ਗੁਰਸਿੱਖੋ ਮਾਣ ਕਾਹਦਾ ਭਾਈ, ਤੁਸੀਂ ਕਾਹਨੂੰ ਐਵੇਂ ਦੀ ਚਰਚਾ ਕਰਦੇ ਹੋ ਜੀ। ਲੈ ਜੇ ਗੁਰੂ ਸਾਹਿਬ ਮੈਨੂੰ ਆਗਿਆ ਦੇ ਦੇਣ, ਕਹਿੰਦੇ ਅੱਖ ਦੇ ਝਮਕਣ ਜਿਹਨੇ ਸਮੇਂ ਦੇ ਵਿੱਚ ਕਹਿੰਦੇ ਧਰਮਰਾਜ ਦੀ ਕਚਹਿਰੀ ਨੂੰ ਹੱਥ ਲਾ ਕੇ ਮੁੜਿਆ। ਪੰਡਤ ਕਹਿੰਦਾ ਬਸ 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 ਬਹੁਤ ਹੋ ਗਈ। ਕਹਿੰਦੇ ਕੀ ਹੋ ਗਿਆ ਪੰਡਤ ਜੀ? ਕਹਿੰਦਾ ਇਦੋਂ ਵੱਧ ਹੋਰ ਝੂਠ ਮੇਰੇ ਤੋਂ ਨਹੀਂ ਸੁਣ ਹੋਣਾ। ਉਹ ਕਹਿੰਦੇ ਝੂਠ ਥੋੜੀ ਹੈ। ਪੰਡਤ ਹੋ ਗਿਆ ਗਰਮ, ਜਾ ਕੇ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਂ ਤਾਂ ਨਹੀਂ ਕਥਾ ਕੱਲ ਤੋਂ ਕਰਨੀ। ਉਹ ਕਹਿੰਦੇ ਕਥਾ ਵਿਚਾਲੇ ਥੋੜੀ ਛੱਡੀ ਦੀ ਹੈ। ਕਹਿੰਦਾ ਮਹਾਰਾਜ ਤੁਹਾਡੀ ਤਾਂ ਸੰਗਤ 'ਚ ਝੂਠੇ ਬੰਦੇ ਬੈਠੇ ਬਹੁਤ। ਮਹਾਰਾਜ ਕਹਿੰਦੇ ਵੀ ਖਬਰਦਾਰ ਹੋ ਜੀ, ਜਿਹੜੀ ਸੰਗਤ ਨੂੰ ਗੁਰੂ ਦੀ ਸੰਗਤ ਹੈ ਝੂਠੀ ਕਿਹਾ। ਕਹਿੰਦਾ ਨਹੀਂ ਮਹਾਰਾਜ ਦੇਖੋ ਹੁਣ ਤੁਸੀਂ ਵੀ ਸਿੱਖਾਂ ਦੀ ਮੈਂ ਗੱਲ ਸੁਣ ਕੇ ਮੈਂ ਤਾਂ ਹੈਰਾਨ ਰਹਿ ਗਿਆ। ਕਹਿੰਦੇ ਹੋਇਆ ਕੀ ਹੈ? ਕਹਿੰਦੇ ਬਸ ਇੱਕੋ ਗੱਲ ਦੱਸੋ ਤੁਸੀਂ ਵੀ ਗਰੜ ਪੁਰਾਣ ਝੂਠਾ ਕਿ ਤੁਹਾਡੇ ਸਿੱਖ ਝੂਠੇ ਨੇ, ਦੋਨਾਂ 'ਚ ਇੱਕ ਝੂਠ ਹੈ। ਮਹਾਰਾਜ ਕਹਿੰਦੇ ਹੋਇਆ ਕੀ ਹੈ? ਕਹਿੰਦੇ ਆਹ ਗੱਲ ਹੋਈ ਹੈ, ਸਾਲ ਦਾ ਰਸਤਾ ਗਰੜ ਪੁਰਾਣ 'ਚ ਵੇਦ ਵਿਆਸ ਨੇ ਲਿਖਿਆ। ਇੱਕ ਕਹਿੰਦਾ 4 ਪੈਰਾਂ 'ਚ ਜਾਊਂ, ਦੂਜਾ ਕਹਿੰਦਾ 2 ਪੈਰਾਂ 'ਚ ਆਊਂ, ਇੱਕ ਕਹਿੰਦਾ ਮੈਂ 1 ਪੈਰ ਜਾਊਂ, ਦੂਜਾ ਉਹਨੇ ਤਾਂ ਲੋੜਾ ਹੀ ਮਾਰਿਆ, ਕਹਿੰਦਾ ਮੈਂ 1 ਅੱਖ ਦੇ ਝੌਂਕ ਜਨੇ ਸਮੇਂ ਜਾਊਂ। ਮਹਾਰਾਜ ਹੱਸ ਪਏ। ਕਹਿੰਦੇ ਪੰਡਤ ਜੀ ਨਾ ਤਾਂ ਪੁਰਾਣ ਝੂਠਾ ਹੈ ਨਾ ਮੇਰੇ ਸਿੱਖ ਝੂਠੇ ਨੇ। ਕਹਿੰਦਾ ਜੀ 2 ਗੱਲਾਂ ਤਾਂ ਨਹੀਂ ਹੋ ਸਕਦੀਆਂ। ਮਹਾਰਾਜ ਕਹਿੰਦੇ ਹੋ ਸਕਦੀਆਂ, ਮੇਰੇ ਕੋਲ ਤਾਂ ਟਾਈਮ ਨਹੀਂ ਹੈ ਨਾ। ਭਾਈ ਗੁਰਦਾਸ ਕਹਿੰਦੇ ਸਮਝਾ ਦੇ ਪੰਡਤ ਨੂੰ। ਭਾਈ ਗੁਰਦਾਸ ਕਹਿੰਦੇ ਪੰਡਤ ਜੀ ਤੁਹਾਡੇ ਗਰੜ ਪੁਰਾਣ ਦੇ ਜਿਹੜਾ ਵੇਦ ਵਿਆਸ ਨੇ ਲਿਖਿਆ ਕਿਹਦੇ ਲਈ ਲਿਖਿਆ ਰਸਤਾ? ਕਹਿੰਦੇ ਜੀ ਪੁੰਨੀਆਂ ਤੇ ਪਾਪੀਆਂ ਲਈ। ਕਹਿੰਦੇ ਫਿਰ ਤੇਰਾ ਤਾਂ ਜਵਾਬ ਤੂੰ ਆਪ ਹੀ ਦੇ ਲਿਆ। ਕਹਿੰਦੇ ਕਿਵੇਂ? ਸਿੱਖ ਨਾ ਪੁੰਨੀਆਂ ਚਾਹੁੰਦੇ ਨਾ ਪਾਪੀਆਂ ਚਾਹੁੰਦੇ ਨੇ। ਪਾਪ ਵੈਸੇ ਨਹੀਂ ਕਰਦੇ ਸੂਝਵਾਨ, ਪੁੰਨ ਕਰਕੇ ਉਹਦੀ ਇੱਛਾ ਨਹੀਂ ਰੱਖਦੇ ਵੀ ਪੁੰਨ ਦਾ ਫਲ ਮਿਲੇ। ਇਹ ਦੂਰ ਰਹੀ ਉਹ ਜਨਤੇ ਬਾਟ, ਇਹ ਤਾਂ ਰਸਤਾ ਹੀ ਵੱਖਰਾ, ਇਹ ਜਾ ਸਕਦੇ ਨੇ, ਤੂੰ ਸ਼ੰਕਾ ਨਾ ਕਰ। ਤੇ ਉਹ ਕਹਿਣ ਲੱਗੇ ਜੀ ਮੇਰਾ ਮਨ ਨਹੀਂ ਮੰਨਦਾ। ਤੇ ਕਹਿੰਦੇ ਮਹਾਰਾਜ ਇਹ ਐਂ ਕਹਿੰਦਾ ਵੀ ਮੇਰਾ ਮਨ ਨਹੀਂ ਮੰਨਦਾ, ਮੈਂ ਤਾਂ ਹੁਣ ਜਿਹੜੀ ਸਹੀ ਗੱਲ ਸੀ ਦੱਸਦੀ। ਭਾਈ ਗੁਰਦਾਸ ਕਹਿੰਦੇ ਪੰਡਤ ਜੀ ਫਿਰ ਤੂੰ ਐਂ ਕਰ ਸੰਗਤ 'ਚ ਆ ਜਾ ਸਾਡੇ ਕੋਲ, ਤੇਰਾ ਮਨ ਵੀ ਮੰਨ ਜੂ। ਕਹਿੰਦਾ ਜੀ ਸਤ ਵਚਨ। ਫਿਰ ਇਹ 6 ਮਹੀਨੇ ਗੁਰੂ ਦੀ ਸੰਗਤ ਕੀਤੀ। ਸੰਗਤ ਦਾ ਫਲ ਇਹ ਹੋਇਆ ਗੁਰੂ ਨੇ ਕਿਰਪਾ ਕਰਦੀ, ਗੁਰ ਕਿਰਪਾ ਜਾਂ ਨਰਕੋ ਕੀ ਨਹੀਂ, ਤੇ ਇਹ ਜੁਗਤ ਪਛਾਣੀ। ਫਿਰ ਇੱਕ ਦਿਨ ਜਦੋਂ ਉਹਦੀ ਅਵਸਥਾ, ਉਹਦੇ ਕਪਾਟ ਖੁੱਲ ਗਏ, ਇੰਨੀ ਸਮਰੱਥਾ ਹੋ ਗਈ, ਜਾ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਮਾਫ ਕਰ ਦਿਓ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਵੀ ਹੁਣ ਤਾਂ ਮੈਂ ਵੀ ਪਹੁੰਚ ਸਕਦਾ ਹਾਂ, 1 ਅੱਖ ਦੇ ਝੌਂਕੇ ਜਿੰਨੇ ਸਮੇਂ 'ਚ ਮੈਂ ਵੀ ਪਹੁੰਚ ਸਕਦਾ ਤੁਹਾਡੀ ਕਿਰਪਾ ਨਾਲ। ਕਹਿੰਦੇ ਫਿਰ ਤੂੰ ਉਦੋਂ ਕਹਿੰਦਾ ਸੀ ਵੀ ਝੂਠੀ ਹੈ, ਇਹ ਗੱਲ ਹੋ ਨਹੀਂ ਸਕਦੀ। ਕਹਿੰਦੇ ਦੇਖ ਪੰਡਿਤ ਜੀ ਇੱਥੋਂ ਕੀੜੀ ਤੁਰੇ ਦਿੱਲੀ ਪਹੁੰਚਣੀ ਹੋਵੇ ਕਿੰਨਾ ਟਾਈਮ ਲੱਗੂ? ਕਹਿੰਦੇ ਜੀ ਬਹੁਤ ਟਾਈਮ ਲੱਗੂ। ਤੁਰ ਕੇ ਜਾਊਗਾ ਜਿਹੜਾ ਬੰਦਾ ਉਦੋਂ ਤੇਜ਼ ਚਲਿਆ ਜਾਊ, ਜਿਹੜਾ ਬੰਦਾ ਘੋੜੇ ਤੇ ਚੜ੍ਹ ਕੇ ਜਾਊ ਉਦੋਂ ਤੇਜ਼ ਚਲਿਆ ਜਾਊ। ਉਦੋਂ ਉਡਣ ਕਠੋਲੇ ਕਹਿੰਦੇ ਸੀ। ਕਹਿੰਦੇ ਜੋ ਇਹਨਾਂ ਤੇ ਬੈਠ ਕੇ ਜਾਓ, ਇਹ ਜਹਾਜ਼ ਉਦੋਂ ਵੀ ਸੀ ਪਰ ਉਹਨਾਂ ਦੇ ਨਾਮ ਉਡਣ ਕਠੋਲੇ ਰੱਖਿਆ ਹੋਇਆ ਸੀ। ਕਹਿੰਦੇ ਉਹ ਤਾਂ ਜੀ ਬਹੁਤ ਜਲਦੀ ਚਲਿਓ। ਕਹਿੰਦੇ ਫਿਰ ਜਿਹੜੇ ਸਿੱਧ ਪੁਰਸ਼ ਹੈ ਇੱਕ ਸੰਕਲਪ ਦੇ ਨਾਲ ਹੀ ਵਾਜਾ ਪਹੁੰਚਦਾ ਉੱਥੇ। ਕਹਿੰਦਾ ਜੀ ਹੁਣ ਮੈਨੂੰ ਚਰਨਾਮ ਦਿਓ, ਮੈਨੂੰ ਆਪਣਾ ਸਿੱਖ ਬਣਾ ਲਓ। ਸਿੱਖ ਬਣਾ ਕੇ ਅਵਸਥਾ ਦਿੱਤੀ। ਉਹ ਪੰਡਤ ਜਿਹੜਾ ਕਥਾਕਾਰ ਹੋ ਕੇ ਕਥਾ ਸੁਣਾਉਣ ਆਇਆ ਸੀ, ਖੁਦ ਹੀ ਸਿੱਖ ਬਣ ਗਿਆ ਸੀ ਮਹਾਰਾਜ ਦਾ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਉੱਥੇ ਉਹਨਾਂ ਥਾਵਾਂ ਤੇ ਗਮਤਾ ਹੋ ਜਾਂਦੇ। ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ। ਜਨਮ ਵੀ ਸਾਲਾ ਹੋ ਗਿਆ ਨਿਤ ਪੰਡਤ ਦਾ, ਨਾ ਦੇ ਉਹਦੀ ਗਮਤਾ ਵੀ ਹੋ ਗਈ। ਇਹ ਸਾਧੂਆਂ ਦੀ ਸੰਗਤ ਦਾ, ਗੁਰੂਆਂ ਦੀ ਸੰਗਤ ਦਾ ਫਲ ਹੈ। ਸਾਧ ਕੈ ਸੰਗ ਨਹੀਂ ਕਛ ਕਾਲ। ਸਾਧੂਆਂ ਦੀ ਸੰਗਤ ਕਰਕੇ ਮੁਕਤੀ ਵਾਸਤੇ ਹਠ ਯੋਗ ਧੂਣੀਆਂ ਤਾਪਣੀਆਂ ਜਲ ਧਾਰੇ ਕਰਨੇ ਇਹ ਔਖੇ ਸਾਧਨ, ਇਹ ਨਹੀਂ ਕਰਨੇ ਪੈਂਦੇ। ਇਹ ਕਾਲ ਕਮਾਈ ਕਾਲਣਾ ਨਹੀਂ ਕਰਨੀ ਪੈਂਦੀ। ਸੋ ਤੇ ਸਿੱਧੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਧੂਆਂ ਦੇ ਦਰਸ਼ਨ ਦੀਦਾਰ ਭੇਟ ਮਿਲਣ ਦਾ ਸਦਕਾ ਹੀ ਨਿਹਾਲ ਆਨੰਦ ਪ੍ਰਸੰਨ ਹੋ ਜਾਂਦਾ ਹੈ ਤੇ ਆਪਣੀ ਘਾਲਣਾ ਤੋਂ ਬਿਨਾਂ ਹੀ ਉਹਦਾ ਉਧਾਰ ਹੋ ਜਾਂਦਾ ਹੈ। ਸਤਸੰਗਤ ਦੁਆਰਾ ਗਿਆਨ ਹੋਣ ਤੋਂ ਸਵੈ ਸਰੂਪ ਦਰਸ਼ਨਾਂ ਦਾ ਮਿਲਾਪ ਹੋਣ ਤੇ ਨਿਹਾਲ ਹੋ ਜਾਂਦਾ ਹੈ। ਇਸ ਕਰਕੇ ਦਰਸ਼ਨ ਭੇਟ ਤੋਂ ਹੋਤ ਨਿਹਾਲ ਕਿਹਾ ਹੈ। ਤੇ ਇਸ ਕਰਕੇ
ਹਰੀ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨਾਂ ਦਾ ਭੇਟ ਤੇ ਮਿਲਾਪ ਹੋਣੇ ਕਰਕੇ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ। ਸਾਧਕੈ ਸੰਗ ਕਲੂਖਤ ਹਰੈ, ਸਾਧੂਆਂ ਦੀ ਸੰਗਤ ਕਰਕੇ ਕਲੂਖਤ ਕਾਲੇ ਜਿਹੜੇ ਪਾਪ ਨ ਗੁਨਾਹ ਹਰੈ ਨਾਸ ਹੋ ਜਾਂਦੇ ਹਨ। ਸਾਧਕੈ ਸੰਗ ਨਰਕ ਪਰ ਹਰੈ, ਸਾਧੂਆਂ ਦੀ ਸੰਗਤ ਕਰਨ ਵਾਲੇ ਭਾਈ ਨਰਕ ਨੂੰ ਪਰ ਵਿਸ਼ੇਸ਼ ਕਰਕੇ ਹਰੈ ਨਾਸ ਕਰ ਦਿੰਦਾ ਹੈ, ਨਰਕਾਂ ਵਿੱਚ ਨਹੀਂ ਜਾਂਦਾ ਹੈ। ਸਾਧੂਆਂ ਦੀ ਸੰਗਤ ਦਾ ਫਲ ਹੈ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ, ਨਮੋ ਨਰਕ ਨਾਸੇ ਸਦਾ ਬੰਗ ਪ੍ਰਕਾਸ਼ੇ। ਨਰਕਾਂ ਦਾ ਨਾਸ ਕਰਨ ਵਾਲਾ ਹੈ। ਇਹ ਜਿਹੜੇ ਕਲੂਖਤ 4 ਕਿਸਮ ਦੇ ਵੱਡੇ ਪਾਪ ਮੰਨੇ, ਬ੍ਰਹਮਣ ਕੈਲੀ ਘਾਤ ਅੰਜਕਾ ਅਣਚਾਰੀ ਕਾ ਤਾਨ, ਇਹ ਸਾਰੇ ਨਾਸ ਹੋ ਜਾਂਦੇ ਨੇ। ਸਾਧਕੈ ਸੰਗ ਇਹਾ ਉਹਾ ਸੁਹੇਲਾ, ਸਾਧੂਆਂ ਦੀ ਸੰਗਤ ਕਰਨ ਵਾਲੇ ਇੱਥੇ ਵੀ ਸੁਖੀ ਤੇ ਪਰਲੋਕ ਦੇ ਵਿੱਚ ਵੀ ਸੁਹੇਲਾ ਸੁਖੀ ਹੋ ਜਾਂਦੇ ਹਨ। ਸਾਧ ਸੰਗ ਵਿਚਰਤ ਹਰ ਮੇਲਾ, ਸਾਧੂਆਂ ਦੀ ਸੰਗਤ ਕਰਨ ਵਾਲੇ ਵਿਛੜੇ ਹੋਏ ਜੀਵ ਜਿਹੜੇ ਰੱਬ ਤੋਂ ਵਿਛੜੇ ਹੋਏ ਨੇ, ਹਰੀ ਵਾਹਿਗੁਰੂ ਦੇ ਨਾਲ ਮੇਲਾ ਮਿਲਾਪ ਹੋ ਜਾਂਦਾ ਹੈ ਉਹਨਾਂ ਦਾ। ਜੋ ਇੱਛਾ ਸੋਈ ਫਲ ਪਾਵੇ, ਜਿਹੜੀ ਵੀ ਕੋਈ ਕਾਮਨਾ ਹੈ ਉਹੀ ਫਲ ਸਾਧੂਆਂ ਦੀ ਸੰਗਤ ਕਰਨ ਵਾਲੇ ਨੂੰ ਪ੍ਰਾਪਤ ਹੋ ਜਾਂਦਾ ਹੈ। ਚੰਗੀ ਇੱਛਾ ਹੋਣੀ ਚਾਹੀਦੀ ਹੈ, ਮੰਦੀ ਇੱਛਾ ਨਹੀਂ। ਜਿਹੜੀਆਂ ਚੰਗੀਆਂ ਇੱਛਾ ਨੇ ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ। ਸਾਧਕੈ ਸੰਗ ਨਾ ਬਿਰਥਾ ਜਾਵੇ, ਸਾਧੂਆਂ ਦੀ ਸੰਗਤ ਕਰਨ ਵਾਲੇ ਵਿਅਰਥ ਨਹੀਂ ਜਾਂਦੇ, ਭਾਵ ਫਲ ਜ਼ਰੂਰ ਮਿਲਦਾ ਹੈ, ਥੋੜਾ ਮਿਲੇ ਵੱਧ ਮਿਲੇ। ਸਾਧ ਸੰਗਤ ਜੀ ਰਾਜੇ ਹਰੀ ਚੰਦ ਦੀ ਗੱਲ ਆਉਂਦੀ ਹੈ, ਇਹਦੇ ਵਿੱਚ ਵੀ ਇੱਕ ਬੜੀ ਉਲਝਣ ਤਾਰੀ ਵਿਦਵਾਨਾਂ ਦੇ ਵਿੱਚ ਪਈ ਹੋਈ ਹੈ। ਮੈਂ ਕਹਿੰਦਾ ਇਹ ਸੁਣਿਆ ਇੱਕ ਵਿਦਵਾਨ, ਉਹ ਕਹਿੰਦੇ ਵੀ ਦੇਖੋ ਹਰੀ ਚੰਦ ਤਾਂ ਹੋਇਆ ਤ੍ਰੇਤੇ ਦੇ ਵਿੱਚ, ਉਦੋਂ ਗੁਰਬਾਣੀ ਨਹੀਂ ਸੀ। ਭਾਈ ਗੁਰਦਾਸ ਨੇ ਲਿਖਿਆ ਗੁਰਬਾਣੀ ਰਾਤੀ ਜਾਏ ਸੁਣੇ ਗੁਰਬਾਣੀ ਤਾਰਾ ਰਾਣੀ, ਵੀ ਗੁਰਬਾਣੀ ਹੈ ਨਹੀਂ ਸੀ ਉਸ ਵੇਲੇ, ਇਹ ਸ਼ਬਦ ਨਹੀਂ ਸੀ। ਤੇ ਜੇ ਘੁਮਾ ਕੇ ਕਰੀਏ ਵੀ ਉਹ ਆਪਣੇ ਗੁਰੂਆਂ ਦੀ ਬਾਣੀ ਸੁਣਦੀ ਸੀ, ਐਸਾ ਵੀ ਹੋ ਸਕਦਾ ਹੈ। ਪਰ ਕਹਿੰਦੇ ਵੀ ਇਹਦਾ ਜਵਾਬ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ, ਉਹਨਾਂ ਨੇ ਸਾਥ ਸੀ ਵੀ ਇਹ ਜਿਹੜਾ ਰਾਜਾ ਸੀ ਇਹ ਰਾਜਸਥਾਨ ਦਾ ਮਾਰਵਾੜੀਆ ਰਾਜਾ ਸੀ। ਇਹਦਾ ਨਾਮ ਵੀ ਇਤਫਾਕੀਆ ਹਰੀਚੰਦ ਸੀ ਤੇ ਇਹਦੇ ਘਰ ਵਾਲੀ ਵੀ ਤਾਰਾਂ ਸੀ। ਉਹਦਾ ਨਾਮ ਵੀ, ਨਾਂ ਤੇ ਨਾ ਹੁੰਦੇ ਨੇ ਕਿੰਨਿਆਂ ਪਿੰਡਾਂ ਦੇ ਵਿੱਚ ਪਤੀ ਪਤਨੀ ਦੇ ਉਹੀ ਨਾਮ 2-2 3-3 ਜੋੜੇ ਇੱਕ ਪਿੰਡ 'ਚ ਦੇਖੇ ਗਏ ਪੁਰਾਣੇ ਸਮੇਂ 'ਚ। ਤੇ ਉਹ ਜਿਹੜਾ ਰਾਜਾ ਸੀ ਬੜਾ ਆਲਸੀ ਸੀ। ਇਹ ਪੇਕੇ ਪਰਿਵਾਰ ਦੇ ਵਿੱਚੋਂ ਗੁਰਸਿੱਖੀ ਦਾ ਸੁਭਾਅ ਲੈ ਕੇ ਆਈ ਸੀ, ਉਹਦੀ ਰਾਣੀ ਬਣ ਗਈ ਤੇ ਪਹਿਰ ਦੇ ਤੜਕੇ ਕੀਰਤਨ ਹੋਇਆ ਕਰਦਾ ਸੀ, ਰਾਣੀ ਉਹਦੇ ਜਾਇਆ ਕਰੇ। ਕਿਸੇ ਰਾਤ ਰੈਣ ਸਵਾਈ ਹੁੰਦਾ ਸੀ, ਫਿਰ ਇਹ ਰੈਣ ਸਵਾਈ ਕੀਰਤਨ ਦੇ ਵਿੱਚ ਗਈ, ਪਿੱਛੋਂ ਰਾਜਾ ਜਾਗਿਆ, ਅੱਧੀ ਰਾਤ ਦੇਖੀ ਰਾਣੀ ਤਾਂ ਹੈ ਹੀ ਨਹੀਂ ਇੱਥੇ। ਉਹਨੇ ਕਿਹਾ ਓਹੋ ਮੇਰੀ ਤਾਂ ਰਾਣੀ ਕਿਤੇ ਵਿਭਚਾਰ ਕਰਨ ਵਾਸਤੇ ਜਾਂਦੀ ਹੈ ਕਿਸੇ ਪਰਾਏ ਪੁਰਸ਼ ਕੋਲ। ਉਹਨੇ ਬੁਰਾ ਚਿਤਵਿਆ। ਅਗਲੀ ਰਾਤ ਫਿਰ ਲੋਕੇ ਜਾਗਦਾ ਪਿਆ ਰਿਹਾ। ਜਦੋਂ ਰਾਣੀ ਸੰਗਤ ਵਿੱਚ ਚਲੀ ਗਈ, ਰਾਣੀ ਦੇ ਕੋਲ ਖੜਾਮਾਂ ਸੀ ਸਾਸ ਜੀ ਸੋਨੇ ਦੀਆਂ, ਚੰਦਨ ਦੀ ਲੱਕੜ ਦੇ ਉੱਤੇ ਸੋਨਾ ਲਾਇਆ ਹੋਇਆ। ਇਹਨੇ ਜਾ ਕੇ ਕਿਹਾ ਵੀ ਓਹੋ ਰਾਣੀ ਤਾਂ ਜਾਂਦੀ ਤਾਂ ਚੰਗੇ ਥਾਂ ਤੇ ਹੀ ਹੈ, ਪਰ ਫਿਰ ਵੀ ਮੇਰੀ ਆਗਿਆ ਤੋਂ ਬਿਨਾਂ ਗਈ। ਇਹਨੇ ਇੱਕ ਖੜਾਮ ਚੱਕ ਲਿਆਂਦੀ ਵੀ ਮੈਂ ਫਿਰ ਪੁੱਛੂੰ ਵੀ ਇੱਕ ਖੜਾਮ ਤੇਰੀ ਕਿੱਥੇ ਗਈ, ਫਿਰ ਆਪ ਦੱਸੂ ਮੈਂ ਕਿੱਥੇ ਜਾਣੀ ਹੈ। ਸ਼ਰਮਸ਼ਾਰ ਹੋ ਗਈ। ਉਹ ਜਦੋਂ ਸਮਾਪਤੀ ਹੋਈ, ਕਿਉਂਕਿ ਰਾਜੇ ਦੇ ਜਾਗਣ ਤੋਂ ਰਾਜਾ ਲੇਟ ਉੱਠਦਾ ਹੁੰਦਾ ਸੀ, ਪਹਿਲੀ ਰਾਣੀ ਆ ਵੜਦੀ ਸੀ ਮਹਿਲਾਂ ਵਿੱਚ। ਜਦ ਦੇਖਿਆ ਸਮਾਪਤੀ ਹੋਈ ਤੇ ਖੜਾਮ ਹੈ ਨਹੀਂ, ਰਾਣੀ ਕਹਿਣ ਲੱਗੀ ਸਾਧ ਸੰਗਤ ਜੀ, ਹੇ ਮਹਾਂਪੁਰਸ਼ੋ ਮੇਰੀ ਖੜਾਮ ਹੈ ਨਹੀਂ, ਰਾਜੇ ਨੇ ਮੈਨੂੰ ਮੌਤ ਦੀ ਸਜ਼ਾ ਦੇਣੀ ਹੈ, ਪਾਪ ਸੋਚੂਗਾ ਵੀ ਖਬਰ ਕਿੱਥੇ ਜਾਂਦੀ ਹੈ, ਮੇਰੀ ਇੱਜ਼ਤ ਨਹੀਂ ਰਹਿਣੀ। ਇਸ ਕਰਕੇ ਮੇਰੀ ਇੱਜ਼ਤ ਤਾਂ ਰਹਿੰਦੀ ਹੈ ਜੇ ਖੜਾਮ ਮਿਲ ਜਾਏ। ਉਸ ਵੇਲੇ ਕਹਿੰਦੇ ਉਹ ਮਹਾਤਮਾ ਕਹਿੰਦੇ ਸੰਗਤ ਦੀ ਸਾਰੇ ਗੁਰੂ ਸਾਹਿਬ ਜੀ ਮੰਨ ਲੈਂਦੇ ਆ। ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਪਰਮੇਸ਼ਰ ਦਾ ਅਰਦਾਸ ਕੀਤੀ, ਮਹਾਰਾਜ ਖੜਾਮ ਮਿਲਣੀ ਚਾਹੀਦੀ ਹੈ। ਅਰਦਾਸ ਕਰਕੇ ਅਜੇ ਮੱਥੇ ਹੀ ਟੇਕਿਆ, ਇੱਕ ਸਾਸ ਜੀ ਮਹਾਤਮਾ ਹੋਕਾ ਦਿੰਦਾ, ਮਹਾਤਮਾ ਤਾਂ ਹੈ ਨਹੀਂ ਜੀ, ਪਰਮਾਤਮਾ ਉਹੀ ਜੀ ਖੜਾਮ ਲੈ ਕੇ ਹੋਕਾ ਦਿੰਦਾ ਫਿਰਦਾ ਹੈ। ਭਾਈ ਕਿਸੇ ਦੀ ਖੜਾਮ ਚੋਰੀ ਹੋ ਗਈ ਹੋਵੇ, ਇੱਕ ਖੜਾਮ ਹੈ ਕਿਸੇ ਦੀ ਇੱਥੇ ਖੋਈ ਹੋਵੇ, ਰਾਣੀ ਕਹਿੰਦੀ ਜੀ ਬੁਲਾਓ। ਉਹ ਕਹਿੰਦੀ ਲਿਆਓ ਮੇਰੀ ਆ ਜੀ ਖੜਾਮ। ਹਾਂ ਭਾਈ ਤੇਰੀ ਹੋਈ ਆ ਬੀਬਾ, ਲੈ ਕੇ ਆ ਗਈ। ਰਾਜਾ ਸਵੇਰੇ ਉੱਠ ਕੇ ਕਹਿੰਦਾ ਰਾਣੀ ਤੇਰੀ ਖੜਾਮ ਕਿੱਥੇ? ਕਹਿੰਦੀ ਜੀ ਆਇਆ ਪਈਆਂ ਨੇ। ਕਹਿੰਦਾ ਹੈ, ਉਹਨੇ ਅਲਮਾਰੀ ਦੇ ਜਿੰਦਾ ਲਾਇਆ ਹੋਇਆ ਸੀ, ਜਦੋਂ ਖੋਲ ਕੇ ਦੇਖਿਆ ਤੀਸਰੀ ਖੜਾਮ ਉੱਥੇ ਪਈ ਹੈ। ਕਹਿੰਦਾ ਇਹ ਕੀ ਕਾਰਨ ਵਰਤਿਆ ਹੈ? ਇਹ ਸਾਰੀ ਵਾਰਤਾ ਨੂੰ ਭਾਈ ਗੁਰਦਾਸ ਲਿਖੇ, ਸੁਖ ਰਾਜੇ ਹਰੀ ਚੰਦ ਕਰ, ਨਾਰ ਸੋ ਤਾਰਾ ਲੋਚਨ ਰਾਣੀ,
ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਣੇ ਗੁਰਬਾਣੀ। ਪਿੱਛੇ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ। ਰਾਣੀ ਦਿਸ ਨਾ ਆਵੇ ਮਨ ਵਿੱਚ ਵਰਤ ਗਈ ਹੈ ਰਾਣੀ। ਹੋਰ ਤੇ ਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਣੀ। ਰਾਣੀ ਪਹੁੰਚੀ ਸੰਗਤੀ ਰਾਜੇ ਖੜੀ ਖੜਾਉ ਨਿਸ਼ਾਨੀ। ਸਾਧ ਸੰਗਤ ਆਰਾਧਿਆ ਜੋੜੀ ਜੋੜੀ ਖੜਾਉ ਪੁਰਾਣੀ। ਰਾਜੇ ਡਿੱਠਾ ਚਲਤ ਇਹੋ ਇਹ ਖੜਾਵ ਹੈ ਚੋਜ ਵਡਾਣੀ। ਕਹਿੰਦੀ ਨਹੀਂ ਖੜਾਮ ਨਹੀਂ ਚੋਜ ਵਡਾਣੀ, ਇਹ ਜਿਹਦਾ ਨਵੇਂ ਭਜਨ ਕਰਦੀਆਂ ਸਾਧ ਸੰਗਤ, ਇਹ ਉਹਦੀ ਅਰਦਾਸ ਹੈ। ਸਾਧ ਸੰਗਤ ਵਿਟਹੁ ਕੁਰਬਾਣੀ। ਸਾਧ ਸੰਗਤ ਤੋਂ ਬਲਿਹਾਰ ਜਾਈਏ। ਇਉਂ ਸਾਧ ਸੰਗਤ ਜੀ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ। ਜਿਵੇਂ ਰਾਜੇ ਹਰੀ ਚੰਦ ਉਹ ਫਿਰ ਢਲ ਗਿਆ ਉਸੇ ਵੇਲੇ, ਕਹਿੰਦਾ ਹੁਣ ਮੈਨੂੰ ਵੀ ਗੁਰਸਿੱਖ ਬਣਾ। ਫਿਰ ਰਾਜਾ ਵੀ ਸੰਗਤ ਕਰਨ ਲੱਗ ਪਿਆ ਸੀ। ਇਹ ਸਾਧੂ ਦੀ ਸੰਗਤ ਦਾ ਫਲ ਹੈ। ਪਰ ਬ੍ਰਹਮ ਸਾਧ ਰਿਦ ਵਸੈ। ਤੇ ਮਹਾਤਮਾ ਦੇ ਹਿਰਦੇ ਵਿੱਚ ਪਾਰਬ੍ਰਹਮ ਪਰਮੇਸ਼ਰ ਪਾਪਾਂ ਪੁੰਨਾਂ ਤੋਂ ਜੋ ਪਰੇ ਹੈ, ਵਿਆਪਕ ਹੈ, ਉਹ ਵਸਦਾ ਹੈ ਹਰ ਵੇਲੇ। ਨਾਨਕ ਉਧਰੈ ਸਾਧ ਸੁਨ ਰਸੈ। ਜਿਹੜਾ ਸਾਧੂਆਂ ਦੀ ਸੰਗਤ ਕਰਦਾ ਹੈ ਭਾਈ, ਤੇ ਉਹ ਰਸੀਆ ਨਾਮ ਦਾ ਰਸੀਆ ਹੋ ਜਾਂਦਾ ਹੈ। ਸਾਧੂਆਂ ਦੀ ਸੰਗਤ, ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਫਰਮਾਨ ਕੀਤਾ ਹੈ, ਸਾਧੂਆਂ ਤੋਂ ਹਰੀ ਪਰਮੇਸ਼ਰ ਦਾ ਨਾਮ ਸੁਣ, ਜਿਹੜੇ ਸੁਣਦੇ ਆ ਉਹਨਾਂ ਨੂੰ ਚਿੱਤ ਦੇ ਵਿੱਚ ਰਸ ਹੈ, ਜਿਹੜਾ ਰਸ ਹੈ ਨਾਮ ਦਾ, ਉਹ ਪ੍ਰਾਪਤ ਹੋ ਜਾਂਦਾ ਹੈ। ਫਿਰ ਉਹਦੇ ਨਾਲ ਕੀ ਹੁੰਦਾ ਹੈ? ਉਦਰੈ, ਮੁਕਤ ਹੋ ਜਾਂਦਾ ਹੈ। ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ, ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਸਾਧੂਆਂ ਦੀ ਜਿਹੜੀ ਸੰਗਤ ਕਰੀ, ਨਾਮ ਸੁਣਿਆ, ਜੋ ਕੰਨਾਂ ਨਾਲ ਸੁਣ ਕੇ ਰਸਨਾ ਨਾਲ ਰਸਦੇ ਆ, ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਰਸਨਾ ਦੇ ਨਾਲ ਰਸ ਲੈ ਕੇ ਨਾਮ ਉਚਾਰਦੇ ਆ, ਕੰਨਾਂ ਨਾਲ ਸੁਣਦੇ ਨੇ, ਸੁਣਿਆ ਵੀ, ਰਸਨਾ ਦੁਆਰਾ ਰਸ ਵੀ ਲਿਆ, ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਸਾਧੂਆਂ ਦੀ ਸੰਗਤ ਕਰਨ ਵਾਲਿਆਂ ਦਾ ਸਾਧ ਕੈ ਸੰਗ ਸੁਣੋ ਹਰ ਨਾਮ। ਸਾਧੂਆਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਨੂੰ ਸੁਣੀਦਾ ਭਾਈ। ਸਾਧ ਸੰਗ ਹਰ ਕੇ ਗੁਣ ਗਾਓ। ਸਾਧੂਆਂ ਦੀ ਸੰਗਤ ਕਰਕੇ ਇਹੀ ਫਲ ਹੈ ਕਿ ਵਾਹਿਗੁਰੂ ਦੇ ਗੁਣ ਗਾਉਣਾ ਕਰੇ। ਸਾਧੂਆਂ ਦੀ ਸੰਗਤ ਕਰੋ, ਵਾਹਿਗੁਰੂ ਦੇ ਗੁਣ ਗਾਉਣਾ ਕਰੋ। ਮਹਾਰਾਜ ਕਹਿੰਦੇ ਸਾਧ ਕੈ ਸੰਗ ਨਾ ਮਨ ਤੇ ਬਿਸਰੈ। ਸਾਧੂਆਂ ਦੀ ਸੰਗਤ ਕਰਕੇ ਇਹ ਫਲ ਪ੍ਰਾਪਤ ਹੁੰਦਾ ਹੈ ਕਿ ਮਨ ਅੰਤਸ਼ ਕਰਨ ਤੇ ਉਹ ਵਾਹਿਗੁਰੂ ਕਦੇ ਵਿਸਰਦਾ ਹੀ ਨਹੀਂ, ਕਿ ਨਾ ਮਨ ਤੇ ਵਿਸਰੈ, ਰੱਬ ਦਾ ਨਾਮ ਨਹੀਂ ਕਦੇ ਵਿਸਰਦਾ। ਇਹ ਸੰਗਤ ਦਾ ਫਲ ਹੈ। ਸਾਧ ਸੰਗ ਸਰਪਰ ਨਿਸਤਰੈ। ਸਾਧੂਆਂ ਦੀ ਸੰਗਤ ਕਰਨ ਵਾਲਾ ਇਸ ਪਰਪੰਚ ਤੋਂ, ਨਿਸਪਰਪੰਚ ਤੋਂ ਤੇ ਸਰ ਪਰ ਜ਼ਰੂਰ ਹੀ ਤਰਦਾ ਹੈ, ਨਿਸ਼ਚੇ ਨਾਲ ਹੀ ਤਰ ਜਾਂਦਾ ਹੈ। ਸਾਧ ਕੈ ਸੰਗ ਲੱਗੈ ਪ੍ਰਭ ਮੀਠਾ। ਸਾਧੂਆਂ ਦੀ ਸੰਗਤ ਕਰਨ ਵਾਲੇ ਨੂੰ ਨਾਮ ਮਿੱਠਾ ਲੱਗਣ ਲੱਗ ਜਾਂਦਾ ਹੈ, ਉਹਦੇ ਚੋਂ ਰਸ ਆਉਣ ਲੱਗ ਜਾਂਦਾ ਹੈ, ਫਿਰ ਉਹ ਰਸ ਦੇ ਵਿੱਚ ਹੀ ਨਾਮ ਨੂੰ ਛੱਡਦਾ ਨਹੀਂ। ਸਾਧੂ ਕੈ ਸੰਗ ਘਟ ਘਟ ਡੀਠਾ। ਸਾਧੂਆਂ ਦੀ ਸੰਗਤ ਕਰਨ ਵਾਲਿਆਂ ਨੇ ਵਿਆਪਕ ਰੂਪ ਪਰਮੇਸ਼ਰ ਨੂੰ ਪ੍ਰਤੱਖ ਕਰਕੇ ਵੀ ਦੇਖ ਲਿਆ। ਘਟਾਂ ਘਟਾਂ ਦੇ ਵਿੱਚ ਵਿਆਪਕ ਹੈ, ਜਿਹੜਾ ਘਟਾਂ ਘਟਾਂ 'ਚ ਵਿਆਪ ਹੈ, ਮਿਲੇ ਪ੍ਰਤੱਖ ਗੋਸਾਈਆਂ ਧੰਨਾ ਬੜਪਾਗਾ, ਉਹ ਪ੍ਰਤੱਖ ਰੂਪ ਦੇ ਵਿੱਚ ਵੀ ਦਰਸ਼ਨ ਕਰ ਲੈਂਦੇ ਨੇ। ਸਾਧ ਸੰਗ ਭਏ ਆਗਿਆਕਾਰੀ। ਸਾਧੂਆਂ ਦੀ ਸੰਗਤ ਕਰਕੇ ਮਨ ਅਤੇ ਇੰਦਰੀ ਇਹ ਆਗਿਆਕਾਰੀ, ਹੁਕਮ ਮੰਨਣ ਵਾਲੇ ਹੋ ਜਾਂਦੇ ਨੇ। ਹੁਣ ਆਪਣੇ ਅੱਖਾਂ ਆਪਣੀਆਂ ਜਿਹੜੀਆਂ ਨੇ, ਕੰਨ ਨੇ, ਇਹ ਆਪਣੇ ਆਖੇ ਤੋਂ ਬਾਹਰ ਹੋ ਕੇ ਕੰਮ ਕਰੀ ਜਾਂਦੇ ਆ, ਉਹ ਆਗਿਆਕਾਰੀ ਹੋ ਜਾਂਦੇ ਨੇ, ਅਧੀਨ ਹੋ ਜਾਂਦੇ ਨੇ। ਜਿਗਿਆਸੂਆਂ ਦੇ ਮਨ ਜਿਹੜੇ ਨੇ ਉਹ ਵੀ ਸਾਧ ਸੰਗਤ ਦੀ ਆਗਿਆਕਾਰੀ ਹੋਏ ਹਨ, ਮਨ ਵੀ ਆਗਿਆਕਾਰ ਹੋ ਗਿਆ। ਸਾਧੂਆਂ ਦੀ ਸੰਗਤ ਕਰਕੇ ਵਾਹਿਗੁਰੂ ਦਾ ਆਗਿਆਕਾਰੀ ਭਾਣਾ ਮੰਨਣ ਵਾਲੇ ਹੋ ਜਾਈਦਾ ਹੈ। ਸਾਧ ਸੰਗ ਗਤ ਭਈ ਹਮਾਰੀ। ਸਾਧ ਸੰਗਤ ਕਰਕੇ ਹਮਾਰੀ ਸਾਡੀ ਗਤ ਕਲਿਆਣ ਭਈ ਹੋਈ ਹੈ। ਇਉਂ ਜੀ ਫਿਰ ਕਹਿੰਦੇ ਹਨ, ਸਾਧ ਕੈ ਸੰਗ ਮਿਟੇ ਸਭ ਰੋਗ। ਸਾਧੂਆਂ ਦੀ ਸੰਗਤ ਕਰਕੇ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ, ਕੋਈ ਬਿਮਾਰੀ ਨਹੀਂ ਆਈ ਸੀ। ਸਾਧੂਆਂ ਦੀ ਸੰਗਤ ਕਰਕੇ ਜਿਹੜੀ ਦਾ ਨਿਵਾਰਤ ਨਾ ਹੋਵੇ। ਸਾਰਿਆਂ ਰੋਗਾਂ ਦਾ ਵੱਡਾ ਰੋਗ ਹੈ ਹਉਮੈ ਦਾ। ਹਉਮੈ ਦੀਰਘ ਰੋਗ ਹੈ, ਇਹ ਵੀ ਮਿਟ ਗਿਆ ਤੇ ਬਾਕੀ ਤਾਂ ਰੋਗ ਕੀ ਨੇ। ਅਗਿਆਨ ਦਾ ਰੋਗ ਵੱਡਾ ਹੈ, ਤੇ ਜਦੋਂ ਅਗਿਆਨ ਮਿਟ ਗਿਆ ਸਭ ਰੋਗ ਆਪ ਹੀ ਮਿਟ ਗਏ, ਨਾਸ ਹੋ ਜਾਂਦੇ ਹਨ। ਨਾਨਕ ਸਾਧ ਭੇਟੇ ਸੰਜੋਗ। ਸਤਿਗੁਰੂ ਜੀ ਕਥਨ ਕਰਦੇ ਨੇ, ਪਰ ਸਾਧੂਆਂ ਦਾ ਮਿਲਣਾ ਪੂਰਬਲੇ ਕਰਮਾਂ ਦੇ ਸੰਜੋਗ ਦੇ ਨਾਲ ਹੈ। ਇਹ ਮਿਲਾਪ ਐਵੇਂ ਨਹੀਂ ਹੁੰਦਾ, ਭਾਗਾਂ ਦੀ ਗੱਲ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ। ਸੰਤਾਂ ਦੀ ਸੰਗਤ ਭੇਟੇ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਪੂਰਬਲੇ ਕਰਮ ਕੀਤੇ ਹੋਏ ਨੇ। ਸੰਤਾਂ ਦੀ ਸੰਗਤ ਦਾ ਸੰਜੋਗ ਮਿਲਦਾ ਹੈ। ਸਾਧ ਮਿਲੇ ਪੂਰਬ ਸੰਜੋਗ, ਸੱਚ ਰਹਸੇ ਪੂਰੇ ਹਰ ਲੋਗ। ਇਉਂ ਕਥਨ ਕੀਤਾ ਹੈ। ਸਾਧ ਕੀ ਮਹਿਮਾ ਵੇਦ ਨ ਜਾਣੈ। ਮਹਾਤਮਾ ਦੀ ਮਹਿਮਾ ਵਡਿਆਈ ਵੇਦ ਵੀ ਨਹੀਂ ਜਾਣਦੇ, ਕਿਉਂਕਿ ਵੇਦ ਪਰਮੇਸ਼ਰ ਦਾ
ਕਥਨ ਕਰਦੇ ਹੋਏ ਨੇਤ ਨਹੀਂ ਕਹਿੰਦੇ, ਨੇਤ ਕਥੰਤ ਵੇਦਾ, ਉਹ ਪਰਮੇਸ਼ਰ ਦੇ ਸਰੂਪ ਦੇ ਗੁਣ ਵਰਣਨ ਨਹੀਂ ਕਰ ਸਕਦੇ। ਫਿਰ ਜਦੋਂ ਸਾਧ ਜੋ ਪਰਮੇਸ਼ਰ ਦੇ ਵਿੱਚ ਅਭੇਦ ਹੋ ਗਏ ਨਾ, ਪਰਮੇਸ਼ਰ ਵਿੱਚ ਅਤੇ ਸਾਧ ਵਿੱਚ ਕੋਈ ਭੇਦ ਨਹੀਂ ਰਿਹਾ, ਉਹਨਾਂ ਸਾਧੂਆਂ ਦੀ ਮਹਿਮਾ ਕਿਵੇਂ ਵਰਣਨ ਕਰ ਸਕਦੇ ਨੇ? ਸੰਤ ਅਨੰਤ ਹੈ ਅੰਤਰ ਨਾਹੀ। ਤੇ ਇਸ ਕਰਕੇ ਕਿਹਾ ਵੀ ਵੇਦ ਜਿਹੜੇ ਨਾ ਉਹ ਮਹਾਤਮਾ ਦੀ ਮਹਿਮਾ ਨੂੰ ਜਾਣ ਨਹੀਂ ਸਕਦੇ। ਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਤੇ ਵੇਦ ਹੋਰ ਬੜਾ ਵਿਖਿਆਨ ਕਰਦੇ ਹੈ। ਕਾਹਦਾ ਵਿਖਿਆਨ ਕਰਦੇ? ਕਰਮ ਕਾਂਡ ਹੈ, ਉਪਾਸਨਾ ਕਾਂਡ ਹੈ ਤੇ ਗਿਆਨ ਕਾਂਡ ਹੈ। ਤ੍ਰੈ ਗੁਣ ਵਿਸ਼ੇ ਵੇਦਾ ਭਗਵਾਨ ਕ੍ਰਿਸ਼ਨ ਨੇ ਗੀਤਾ ਦੇ ਵਿੱਚ ਕਿਹਾ ਹੈ, ਉਹ ਤਿੰਨਾਂ ਗੁਣਾਂ ਨੂੰ ਵਿਸ਼ੇ ਕਰਦੇ ਹੈ। ਤੋ ਇਸ ਕਰਕੇ ਕਰਮ ਉਪਾਸਨਾ ਗਿਆਨ ਦਾ ਹੀ ਕਥਨ ਕਰਦੇ ਹੈ। ਸੰਤਾਂ ਦੇ ਤੁਰਿਆ ਪਦ ਦਾ ਜਿਹੜਾ ਉਹਦਾ ਤਾਂ ਨਹੀਂ ਵਰਣਨ ਕਰ ਸਕਦੇ। ਸਵੈਂ ਸੰਵੇਦ ਸੋਏ ਅਨੁਭਵ ਅਗੰਮੀ ਬਚਨ ਜਿਹੜੇ ਅਗੰਮੀ ਅਵਸਥਾ, ਉਹਦਾ ਵੇਦ ਨਹੀਂ ਕਥਨ ਕਰ ਸਕਦਾ। ਪਰਸ ਵੇਦ ਦੂਸਰੇ ਦੇ ਜਾਣੇ ਹੋਏ ਜਿਹੜੇ ਸਾਧ ਸੰਜੋਗ ਗੁਣ ਉਹ ਕੁਝ ਕਹੇ ਜਾਂਦੇ ਹੈ। ਚਲੋ ਵੇਦਾਂ ਦਾ ਪੱਖ ਕਰਨ ਵਾਲਾ ਕਹੇ ਜੀ ਉਹ ਕਹਿ ਰਹੇ ਹੈ, ਪਰ ਇਹੀ ਅਰਥ ਹੈ ਕਿ ਸਾਧੂਆਂ ਦੀ ਮਹਿਮਾ ਨੂੰ ਵੇਦ ਨਹੀਂ ਜਾਣ ਸਕਦਾ, ਕਿਉਂਕਿ ਵੇਦ ਜਿਹੜਾ ਹੈ ਜੇਤਾ ਸੁਨ ਹੈ ਤੇਤਾ ਵਿਖਿਆਨ ਹੈ। ਤੇ ਵੇਦ ਜਿਹੜਾ ਸਾਧ ਸੰਜੀ ਉਹ ਤਾਂ ਇਸ ਤਰ੍ਹਾਂ ਜੇ ਸਮੁੰਦਰ ਦੇ ਵਿੱਚੋਂ 4 ਘੜੇ ਪਾਣੀ ਦੇ ਭਰੇ ਹੋਣ, ਬਾਕੀ ਸਮੁੰਦਰ ਤਾਂ ਸਮੁੰਦਰ ਹੀ ਹੈ। ਸਮੁੰਦਰ ਕੌਣ ਹੈ? ਵਾਹਿਗੁਰੂ। ਜਿਹੜਾ ਇੱਕ ਬੂੰਦ ਪਾਣੀ 'ਚ ਪੈ ਗਈ ਸਮੁੰਦਰ ਹੋ ਗਈ। ਸਾਧੂ ਦੀ ਮਹਿਮਾ ਸਮੁੰਦਰ ਵਰਗੀ ਹੈ, ਇਸ ਕਰਕੇ ਵੇਦ ਨਹੀਂ ਜਾਣ ਸਕਦਾ, ਉਹ ਬੇਅੰਤ ਹੋ ਗਈ। ਜੇਤਾ ਸੁਣੇ ਉਹ ਤਾਂ ਜਿੰਨਾ ਕੁ ਸਾਧ ਸੰਜੀ ਵੇਦਾਂ ਦੇ ਵਿੱਚੋਂ ਸੁਣਿਆ ਬ੍ਰਹਮਾ ਨੇ ਕਥਨ ਕਰ ਦਿੱਤਾ, ਜਿੰਨਾ ਕੋ ਉਹਨੂੰ ਅਨੁਭਵ ਹੋਇਆ। ਚਾਰੇ ਵੇਦ ਬ੍ਰਹਮਾ ਕੋ ਦੀਏ, ਪੜ ਕਰੇ ਵਿਚਾਰੀ। ਪਰ ਸਾਧੂਆਂ ਦੀ ਮਹਿਮਾ ਬੇਅੰਤ ਆਪਣੀ ਤਰ੍ਹਾਂ ਵਾਹਿਗੁਰੂ ਨੇ ਰੱਖੀ ਹੈ। ਤੋ ਇਸ ਪ੍ਰਕਾਰ ਇਹ ਜਿਹੜੀ ਮਹਾਤਮਾ ਦੀ ਮਹਿਮਾ ਉਹ ਵਰਣਨ ਨਹੀਂ ਕੋਈ ਕਰ ਸਕਦਾ। ਇੱਕ ਸਾਧ ਸੰਜੀ ਮਹਾਤਮਾ ਬਹੁਤ ਬੰਦਗੀ ਵਾਲੇ ਸੀ, ਗੁਰੂ ਘਰ ਦੇ ਪ੍ਰੇਮੀ ਸੀ। ਇੱਕ ਰਾਜਾ ਉਹਨਾਂ ਦੀ ਸੰਗਤ ਵਿੱਚ ਆਇਆ, ਕਥਾ ਸਰਵਣ ਕਰਨ ਲੱਗਿਆ। ਕਥਾ ਕਰਦੇ ਜਦੋਂ ਮਹਾਤਮਾ ਨੇ ਕਿਹਾ ਸਾਧ ਕੀ ਮਹਿਮਾ ਵੇਦ ਨਾ ਜਾਣੇ, ਕਹਿੰਦਾ ਜੀ ਇਹ ਤਾਂ ਨਹੀਂ ਗੱਲ ਹੋ ਸਕਦੀ। ਕਹਿੰਦੇ ਕਿਉਂ? ਉਹ ਵੇਦਾਂ ਦਾ ਉਪਾਸਕ ਸੀ। ਕਹਿੰਦੇ ਜੀ ਵੇਦ ਨਹੀਂ ਜਾਣਗੇ ਹੋਰ ਕੌਣ ਜਾਣੂਗਾ ਮਹਿਮਾ ਸੰਤਾਂ ਦੀ? ਉਹ ਕਹਿੰਦੇ ਭਾਈ ਜੋ ਗੁਰਬਾਣੀ 'ਚ ਲਿਖਿਆ ਹੈ, ਗੁਰਬਾਣੀ 'ਚ ਕੋਈ ਵੀ ਗੱਲ ਮਿਥਿਆ ਨਹੀਂ ਲਿਖੀ ਹੋਈ, ਐਸੇ ਹੀ ਲਿਖਿਆ। ਕਹਿੰਦਾ ਜੀ ਮੇਰਾ ਨਹੀਂ ਮਨ ਮੰਨਦਾ, ਮੈਨੂੰ ਤੁਸੀਂ ਖੋਲ ਕੇ ਦੱਸੋ। ਮਹਾਤਮਾ ਨੇ ਕਿਹਾ ਵੀ ਵਿਆਖਿਆ ਦੇ ਵਿੱਚ ਤਾਂ ਮੈਂ ਖੋਲ ਕੇ ਦੱਸਦਾ, ਤੇ ਹੁਣ ਤੇਰੀ ਤਸੱਲੀ ਤੇਰਾ ਪੁੱਤ ਕਰਾਊਗਾ, ਉਹ ਤੈਨੂੰ ਅਰਥ ਕਰਕੇ ਦੱਸੂਗਾ, ਤੇਰੀ ਸ਼ੰਕਾ ਨਿਵਰਤ ਕਰੂਗਾ। ਰਾਜਾ ਹੱਸ ਕੇ ਕਹਿੰਦਾ ਮਹਾਤਮਾ ਜੀ ਮੇਰੇ ਤਾਂ ਘਰ ਪੁੱਤ ਹੀ ਨਹੀਂ ਹੈ, ਨਾ ਪੁੱਤਰ ਹੋਣਾ ਹੈ। ਕਹਿੰਦੇ ਤੈਨੂੰ ਕੀ ਪਤਾ ਵੀ ਹੋਣਾ ਨਹੀਂ? ਉਹ ਕਹਿੰਦਾ ਮੈਂ ਪੁੱਤਰ ਦੀ ਪ੍ਰਾਪਤੀ ਵਾਸਤੇ ਬੜੇ ਜਗ ਕਰ ਲਏ, ਬੜੇ ਸਾਧਨ ਕਰ ਲਏ, ਤੇ ਦੇਵਤਿਆਂ ਵੱਲੋਂ ਆਕਾਸ਼ਬਾਣੀ ਹੋਈ ਆ ਵੀ ਤੇਰੇ 7 ਜਨਮ ਪੁੱਤਰ ਨਹੀਂ ਹੋ ਸਕਦਾ। ਫਿਰ ਆਪ ਜੀ ਦਾ ਕਿਸ ਤਰ੍ਹਾਂ ਇਹ ਕਹਿ ਦਿੱਤਾ ਵੀ ਪੁੱਤਰ ਜਵਾਬ ਦੇਗਾ? ਇਹ ਗੱਲ ਕੋਈ ਸੰਤ ਕਹਿੰਦੇ ਪਰਮੇਸ਼ਰ ਦੀ ਕਿਰਪਾ ਕੀ ਨਹੀਂ ਕਰ ਸਕਦੀ? ਸਾਡਾ ਵਚਨ ਹੈ ਵੀ ਤੇਰੇ ਘਰ ਪੁੱਤਰ ਹੋਊਗਾ, ਪਰ ਤੂੰ ਪਹਿਲਾਂ ਸੰਗਤ ਕਰ, ਸੇਵਾ ਕਰ ਸਾਧੂਆਂ ਦੀ। 4 ਪਦਾਰਥ ਜੇ ਕੋ ਮੰਗਾ ਸਾਧ ਜਨਾਂ ਕੀ ਸੇਵਾ ਲੈ, ਸੇਵਾ ਚਲਾਤਾ, ਗੁਰੂ ਘਰ ਦੀ ਸੇਵਾ ਕਰਦਾ ਰਿਹਾ। ਕਹਿੰਦੇ ਜਾ ਹੁਣ ਤੇਰੇ ਪੁੱਤਰ ਹੋ ਜਾਊਗਾ, ਉਹਦੇ ਕੋਲੋਂ ਪੁੱਛ ਲਈ। ਉਹ ਸਮਾਂ ਪਾ ਕੇ ਸਾਧ ਸੰਜੀ ਮਹਾਤਮਾ ਦੇ ਬਚਨ ਦੇ ਅਨੁਸਾਰ ਉਹਦੇ ਲੜਕਾ ਪੈਦਾ ਹੋ ਗਿਆ। ਬੜੀਆਂ ਖੁਸ਼ੀਆਂ ਹੋਈਆਂ, ਲੱਡੂ ਵੰਡੇ ਗਏ, ਢੋਲ ਨਗਾਰੇ ਵੱਜੇ ਜੀ ਰਾਜੇ ਦੇ ਪੁੱਤ ਜੰਮਿਆ। ਉਹ ਜੋਤਸ਼ੀ ਬੁਲਾਏ, ਜਦੋਂ ਜਨਮ ਕੁੰਡਲੀ ਬਣਾਈ, ਕਹਿੰਦੇ ਰਾਜਨ ਵੀ ਸਾਤੋਂ ਕਿਹਾ ਨਹੀਂ ਜਾਂਦਾ। ਕਹਿੰਦੇ ਵੀ ਕਹਿਣਾ ਤਾਂ ਪਊਗਾ, ਕੁੰਡਲੀ ਕੀ ਕਹਿੰਦੀ ਹੈ? ਕਹਿੰਦੇ ਜੀ 11 ਸਾਲ 11 ਮਹੀਨੇ 11 ਦਿਨ ਦੀ ਉਮਰ ਹੈ ਇਹਦੀ, 1 ਮਹੀਨੇ ਘੱਟ 12 ਸਾਲ ਤੋਂ ਪਹਿਲਾਂ ਹੀ ਮਰ ਜਾਣਾ ਇਹਨੇ। ਰਾਜਾ ਸੁਣ ਕੇ ਹੈਰਾਨ ਹੋ ਗਿਆ, ਕਹਿੰਦਾ ਅੱਛਾ ਚਲੋ ਜੋ ਪਾਣਾ ਉਹ ਵੀ ਬਿਆ ਵੀ ਹੁਣ ਮੈਂ ਇਹਨੂੰ ਪਹਿਲਾਂ ਕੁਛ ਪੜ੍ਹਾ ਲਾਂ, ਫਿਰ ਮੈਂ ਸ਼ੰਕਾ ਪੁੱਛਣੀ ਸੀ ਜਿਹੜੀ, ਉਹ ਤਾਂ ਚੇਤੇ ਹੀ ਵਿਸਰ ਗਿਆ ਨਾ। ਬੱਚੇ ਦੇ ਜੰਮਣ ਦੀ ਖੁਸ਼ੀ, ਉਹਦੇ ਮਰਨ ਦਾ ਗਮ, ਰਾਜੇ ਨੂੰ ਤਾਂ ਚੇਤੇ ਹੀ ਭੁੱਲ ਗਿਆ। ਉਹ ਧਰਮ ਸ਼ਾਸਤਰ ਪੜ੍ਹਾਉਣ ਵਾਸਤੇ ਸਾਧੂਆਂ ਦੀ ਜਮਾਤ ਕੋਲ ਭੇਜਤਾ। ਉੱਥੇ ਬੜੇ ਸਰਬੱਗ ਮਹਾਤਮਾ ਸੀ। ਰਾਜੇ ਨੇ ਤਨ ਮਨ ਨਾਲ ਸਾਧੂਆਂ ਦੀ ਸੇਵਾ ਕਰਨੀ ਟਹਿਲ ਕੀਤੀ, ਬਹੁਤ ਸਾਧੂਆਂ ਦੀ ਸੇਵਾ ਕੀਤੀ। ਸਾਧੂਆਂ ਤੋਂ ਪੜ੍ਹਿਆ ਸੰਤਾਂ ਦੀ ਸੇਵਾ ਕਰਨ ਦੇ ਨਾਲ ਆਹ ਵੀ ਫਲ ਮਿਲਦਾ ਹੈ, ਆਹ ਵੀ ਮਿਲਦਾ ਹੈ। ਤੇ 2 ਗੱਲਾਂ ਸੁਣੀਆਂ, ਜਿਹੜਾ ਤਾਂ ਸੰਤਾਂ ਦੀ ਨਿੰਦਿਆ ਕਰਦਾ ਹੈ ਉਹ ਤਾਂ ਉਮਰ ਘਟ ਜਾਂਦੀ ਹੈ, ਤੇ ਜਿਹੜਾ ਸੰਤਾਂ ਦੀ ਉਸਤਤ ਕਰਦਾ ਹੈ, ਸੰਤਾਂ ਦੀ ਸੰਗਤ ਕਰਦਾ ਹੈ, ਉਹਦੀ ਉਮਰ ਵੱਧ ਜਾਂਦੀ ਹੈ। ਇਹ ਕਿਵੇਂ ਹੋ ਸਕਦਾ ਹੈ? ਤਾਂ ਇੱਕ ਦਿਨ ਸਾਧ ਸੰਗਤ ਫਿਰ ਉਹ ਮਹਾਤਮਾ ਦੀ ਸੇਵਾ ਕਰਦੇ, ਇੰਨੇ ਪ੍ਰਸੰਨ ਹੋ ਗਏ। ਕਹਿੰਦੇ ਉਹ ਮਹਾਤਮਾ ਨੇ ਵਰ ਦੇ ਦਿੱਤਾ, ਕਹਿਣ ਲੱਗੇ ਭਾਈ ਲੰਮੀ ਉਮਰ ਵਾਲਾ ਹੋ। ਉਹ ਕਹਿੰਦਾ ਮਹਾਤਮਾ ਜੀ ਤੁਸੀਂ ਵਰ ਦਿੱਤਾ ਹੈ ਵੀ ਲੰਮੀ ਉਮਰ ਵਾਲਾ,
ਮੇਰੀ ਤਾਂ ਜਨਮ ਕੁੰਡਲੀ 'ਚ ਵੀ 11 ਸਾਲ 11 ਮਹੀਨੇ 11 ਦਿਨ ਦੀ ਉਮਰ ਮੇਰੀ, ਉਹਦਾ ਫਿਰ ਕੁੰਡਲੀ ਦਾ ਕੀ ਬਣੂਗਾ? ਜੋਤਿਸ਼ ਝੂਠਾ ਹੋਊ। ਕਹਿੰਦੇ ਭਾਈ ਜੋਤਿਸ਼ ਵੀ ਨਹੀਂ ਝੂਠਾ ਹੋਊਗਾ, ਉਮਰ ਵੀ ਤੇਰੀ ਲੰਮੀ ਹੋਊ। ਕਹਿੰਦੇ ਕਿਵੇਂ? ਕਹਿੰਦੇ ਲੈ ਤੈਨੂੰ 100 ਸਾਲ ਦੀ ਉਮਰ ਦੇਤੀ, 100 ਸਾਲ ਤਾਂ ਸਾਡੇ ਵੱਲੋਂ ਹੋ ਗਏ, ਰੱਬ ਦੇ ਦਰ ਤੋਂ ਦਵਾਤੀ ਤੈਨੂੰ। ਕਹਿੰਦੇ 11 ਸਾਲ 11 ਮਹੀਨੇ 11 ਦਿਨ ਦੀ ਤੇਰੀ ਲਿਖੀ ਹੋਈ ਹੈ। ਹੁਣ 100 ਸਾਲ 11 ਸਾਲ 11 ਮਹੀਨੇ 11 ਦਿਨ ਦੀ ਉਮਰ ਹੋਈ ਤੇਰੀ। ਉਹ 12ਵੇਂ ਸਾਲ ਆ ਗਿਆ ਵਾਪਸ। ਰਾਜਾ ਦੇਖ ਕੇ ਸਾਧ ਸੰਜੀਵ ਉਹਨੂੰ ਦੇਖ ਕੇ, ਜਦੋਂ 12 ਸਾਲ ਤਾਂ ਉੱਥੇ ਪੂਰੇ ਹੋ ਗਏ ਨਾ, ਫਿਰ ਇਹ 12 ਸਾਲ ਪੂਰੇ ਹੋ ਗਏ ਜਾਂ ਘਰ ਆਇਆ, ਰਾਜਾ ਦੇਖ ਕੇ ਕਹਿੰਦਾ ਪੁੱਤਰ ਕੁੰਡਲੀ ਤਾਂ ਕਹਿੰਦੀ ਸੀ 11 ਮਹੀਨੇ 11 ਸਾਲ 11 ਦਿਨ ਦੀ ਉਮਰ ਹੈ, ਤੇਰੇ ਤਾਂ 12 ਸਾਲ ਤੋਂ ਉੱਪਰ ਹੈ, ਤੂੰ ਜਿਉਂਦਾ ਹੈ। ਕਹਿੰਦੇ ਜੀ ਮੈਨੂੰ ਮਹਾਤਮਾ ਨੇ ਵਰ ਦਿੱਤਾ ਹੈ, ਉਹਨਾਂ ਨੇ 100 ਸਾਲ ਉਮਰ ਵਧਾਤੀ, 11 ਸਾਲ 11 ਮਹੀਨੇ 11 ਦਿਨ ਉੱਪਰ ਇਹ ਉੱਕਣੇ ਰਹਿਣਗੇ। ਤੇ ਕਹਿੰਦਾ ਓਹੋ, ਕਹਿੰਦਾ ਵੀ ਵਾਕਈ, ਕਹਿੰਦਾ ਮੈਨੂੰ ਉਹਨਾਂ ਸੰਤਾਂ ਨੇ ਕਿਹਾ ਸੀ ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਵਖਿਆਨੈ। ਫਿਰ ਸੰਤਾਂ ਦੇ ਚਰਨੀ ਪਿਆ, ਕਹਿੰਦਾ ਮਹਾਰਾਜ ਤੁਹਾਡੀ ਜੋ ਰਸਨਾ ਤੋਂ ਮੈਂ ਸੁਣਿਆ, ਜੋ ਗੁਰਬਾਣੀ ਕਹਿੰਦੀ ਹੈ, ਇਹਨੂੰ ਮੈਂ ਸੱਤ ਮੰਨਦਾ। ਹੁਣ ਇਹ ਸਾਰਾ ਕੁਝ ਸਾਸ ਨਹੀਂ, ਇਸ ਤਰ੍ਹਾਂ ਵਰਤਿਆ ਸਾਖੀ ਵਿੱਚ ਲਿਖਿਆ। ਹਾਂਜੀ ਅੱਗੇ ਦੱਸਦੇ ਹਨ, ਸਾਧ ਕੀ ਉਪਮਾ ਤਿਹੋ ਗੁਣ ਤੇ ਦੂਰ। ਸਾਧੂਆਂ ਦੀ ਵਡਿਆਈ ਤਿੰਨਾਂ ਗੁਣਾਂ ਤੋਂ ਦੂਰ ਪਰੇ ਹੈ। ਤ੍ਰਿਹੁ ਗੁਣ ਤੇ ਪ੍ਰਭ ਭਿੰਨ। ਪਰਮਾਤਮਾ ਵੀ ਤਿੰਨਾਂ ਗੁਣਾਂ ਤੋਂ ਅਤੀਤ ਹੈ, ਸਾਧੂ ਵੀ ਤਿੰਨਾਂ ਗੁਣਾਂ ਤੋਂ, ਰਜਗੁਣ ਸਤਗੁਣ ਤਮ ਗੁਣ ਤੋਂ ਦੂਰ। ਉਪਮਾ ਹੈ ਉਹਨਾਂ ਦੀ ਵਡਿਆਈ। ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਦੀ ਜਿਹੜੀ ਵਡਿਆਈ ਹੈ ਭਾਈ, ਉਹ ਤਾਂ ਪਰਿਪੂਰਨ ਹੈ, ਲਬਾਲਾ ਭਰੀ ਹੋਈ ਹੈ। ਉਹ ਐਸੀ ਨਹੀਂ ਵਡਿਆਈ ਜਿਹੜੀ ਮਿਣਤੀ ਜਾਵੇ, ਗਿਣਤੀ ਮਿਣਤੀ ਚ ਨਹੀਂ ਆਉਂਦੀ ਹੈ। ਸਾਧ ਕੀ ਸੋਭਾ ਕਾ ਨਾਹੀ ਅੰਤ। ਸਾਧ ਦੀ ਜਿਹੜੀ ਸੋਭਾ ਹੈ, ਸਾਧੂ ਦੀ ਵਡਿਆਈ ਜਿਹੜੀ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਸਾਧ ਕੀ ਸੋਭਾ ਸਦਾ ਬੇਅੰਤ। ਸਾਧੂਆਂ ਦੀ ਸੋਭਾ ਤਾਂ ਸਦਾ ਹੀ ਬੇਅੰਤ ਹੈ, ਅੰਤ ਤੋਂ ਰਹਿਤ ਹੈ। ਸਾਧ ਕੀ ਸੋਭਾ ਊਚ ਤੇ ਉੱਚੀ। ਸ੍ਰੇਸ਼ਟ ਸੰਤ ਜਨਾਂ ਦੀ, ਸੰਤਾਂ ਦੀ ਸੋਭਾ ਵਡਿਆਈ ਬਰਮਾ ਆਦਿਕ ਤੋਂ ਵੀ, ਜਿਹੜੇ ਬਰਮਾ ਆਦਿਕ ਨੇ ਇਹ ਉੱਚੇ ਨੇ ਮਨੁੱਖਾਂ ਦੇ ਵਿੱਚ, ਦੇਵਤਿਆਂ 'ਚ, ਪਰ ਇਹਨਾਂ ਤੋਂ ਵੀ ਉੱਚੀ ਹੈ, ਇਹਨਾਂ ਉੱਚਿਆਂ ਤੋਂ ਵੀ ਉੱਚੀ ਹੈ। ਸਾਧ ਕੀ ਸੋਭਾ ਮੂਚ ਤੇ ਮੂਚੀ। ਤੇ ਜਿਵੇਂ ਇਹਨਾਂ ਤੋਂ ਉੱਚੀ ਤੋਂ ਉੱਚੀ ਭਾਵ ਸ੍ਰੇਸ਼ਟ ਤੋਂ ਸ੍ਰੇਸ਼ਟ ਹੈ। ਸਾਧੂਆਂ ਦੀ ਜਿਹੜੀ ਸੋਭਾ ਮਹਿਮਾ ਇਹ ਫਿਰ ਮੂਚ ਤੇ ਮੂਚੀ, ਵੱਡਿਆਂ ਤੋਂ ਵੱਡੀ ਹੈ, ਤੇ ਵਿਸਥਾਰ ਵਾਲਿਆਂ ਤੋਂ ਵੀ ਵਿਸਥਾਰ ਵਾਲੀ ਹੈ। ਇਹ ਮਾਇਆ ਦੀ ਅੰਸ਼ ਜੋ ਹਿਰਨ ਗਰਭ ਆਦਿਕ ਨੇ, ਈਸ਼ਵਰ ਦਾ ਜੋ ਸੁਪਨ ਅਵਸਥਾ ਦਾ ਅਭਿਮਾਨੀ ਹੈ, ਜਿਵੇਂ ਉਹਦਾ ਵਿਸਤਾਰ ਵਿਰਾਟ ਰੂਪ ਦਾ, ਉਹ ਤੋਂ ਵੀ ਵਿਸਤਾਰ ਵਾਲੀ ਹੈ। ਇਸ ਪ੍ਰਕਾਰ ਦੀ ਮਹਿਮਾ ਹੈ। ਸਾਧ ਕੀ ਸੋਭਾ ਸਾਧ ਬਨ ਆਈ। ਸਾਧੂਆਂ ਦੀ ਮਹਾਤਮਾ ਦੀ ਸੋਭਾ ਦਾ ਭਾਈ ਮਹਾਤਮਾ ਨੂੰ ਇਹ ਬਣਾਉਂਦੀ ਹੈ, ਕੁਛ ਕਥਨ ਤੋਂ ਬਾਹਰ ਹੈ, ਕਹੀ ਨਹੀਂ ਜਾਂਦੇ। ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਅਖੀਰ ਵਿੱਚ ਕਹਿਤਾ ਭਾਈ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਭਾਈ ਭਰਾਵੋ, ਪ੍ਰਭੂ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਸੰਤ ਜਨ, ਉਹਨਾਂ ਦਾ ਤੇ ਰੱਬ ਦਾ ਕੋਈ ਭੇਦ ਫਰਕ ਨਹੀਂ ਹੈ, ਇੱਕੋ ਹੀ ਰੂਪ ਹਨ। ਸਾਧ ਰੂਪ ਆਪਣਾ ਤਨ ਧਾਰਿਆ, ਰਵਿਦਾਸ ਬਣੇ ਜੋ ਜਾਣੇ ਸੋ ਜਾਣ, ਸੰਤ ਅਨੰਤ ਹੈ ਅੰਤਰ ਨਾਹੀ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ। 7ਵੀਂ ਅਸ਼ਟਪਦੀ ਇੱਥੇ ਸਾਧ ਸੰਗਤ ਸਮਾਪਤ ਹੋ ਰਹੀ ਹੈ। 7ਵੀਂ ਅਸ਼ਟਪਦੀ ਦੇ ਵਿੱਚ 8 ਪਦ, ਅਸ਼ਟਪਦੀ ਜਿਹੜੀ ਹੈ ਉਹ 7ਵੀਂ ਹੈ, ਤੇ 8ਵੇਂ ਪਦ ਦੇ ਵਿੱਚ ਇੱਥੇ ਮਹਿਮਾ ਵਰਣਨ ਕਰਦੇ ਹੋਏ ਸਮਾਪਤੀ ਕੀਤੀ ਹੈ। ਤੇ ਮਹਾਰਾਜ ਸਾਹਿਬ ਨੇ 7ਵੀਂ ਅਸ਼ਟਪਦੀ ਵਿੱਚ 969 ਅੱਖਰ ਵਰਤੇ ਹੈ ਪੂਰੇ, ਜਿਹੜੇ ਸਾਬਤ ਨੇ। ਪੈਰਾਂ ਵਾਲੇ ਜਿਹੜੇ ਰਾਰੇ ਨੇ ਉਹ ਆਏ ਨੇ 16। ਕੁੱਲ ਅੱਖਰ ਜਿਹੜੇ 985 ਅੱਖਰ ਹੈ। ਇਹਨਾਂ ਦੇ ਵਿੱਚ ਇਹ ਕਥਨ ਕੀਤੀ ਹੈ। ਸਾਧੂਆਂ ਦੇ ਮਹਿਮਾ ਦਾ ਪ੍ਰਸੰਗ ਸੀ, ਇਹ ਪ੍ਰਕਰਨ ਸੀ। ਇੱਥੇ ਇਹ ਪ੍ਰਕਰਨ ਸਮਾਪਤ ਹੁੰਦਾ ਹੈ। ਅੱਗੇ ਬ੍ਰਹਮ ਗਿਆਨੀਆਂ ਦੇ ਪ੍ਰਕਰਨ ਤੇ ਮਹਾਰਾਜ ਕਿਰਪਾ ਕਰਨਗੇ। ਆਓ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸ਼ਾਮ ਨੂੰ ਫੇਰ ਜੋ 4 ਵਜੇ ਦਾ ਸਮਾਂ ਰੱਖਿਆ ਹੈ, 4 ਤੋਂ ਲੈ ਕੇ 5 ਵਜੇ ਤੱਕ ਫਿਰ ਇਸੇ ਤਰ੍ਹਾਂ ਆਨੰਦ ਮਾਣਨਾ ਜੀ। ਆਓ ਹੁਣ ਇੱਥੇ ਸਮਾਪਤੀ ਹੈ। ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।